ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੱਗੇ ਹੋਏ ਦਰਬਾਰ ਦੇ ਅੰਦਰ ਸੰਗਤ ਦੇ ਵਿੱਚ ਬੈਠ ਕੇ ਸ਼ਾਮ ਦੇ ਦੀਵਾਨਾਂ ਦੇ ਅੰਦਰ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਕਥਾ ਸ਼ਰਵਣ ਕਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ। ਕੱਲ ਸ਼੍ਰੀ ਗੁਰੂ ਅਮਰਦਾਸ ਜੀ ਦੀ ਕਥਾ ਵਿੱਚ ਅਸੀਂ ਇਹ ਸ਼ਰਵਣ ਕੀਤਾ ਸੀ, ਜੋ ਸੱਚਨ ਸੱਚ ਹੈ। ਇੱਕ ਸੇਵਕ ਮਹਾਰਾਜ ਜੀ ਦੇ ਦਰ ਦੇ ਉੱਤੇ ਸੇਵਾ ਕਰਦਾ ਹੈ, ਪਰ ਸੇਵਾ ਵੀ ਇਸ ਤਰੀਕੇ ਨਾਲ ਕਰਦਾ ਹੈ, ਨਾ ਕਿਸੇ ਨਾਲ ਕੋਈ ਗੱਲ ਬਾਤ ਕਰਦਾ ਹੈ, ਨਾ ਕਿਸੇ ਦੇ ਨਾਲ ਕੋਈ ਹੋਰ ਪ੍ਰਕਾਰ ਦੀ ਗੱਲ ਕਰਦਾ, ਸਿਰਫ ਤੇ ਸਿਰਫ ਸੇਵਾ ਹੀ ਕਰੀ ਜਾ ਰਿਹਾ ਹੈ। ਉਹ ਜੰਗਲ ਦੇ ਵਿੱਚ ਲੱਕੜਾਂ ਲੈ ਕੇ ਆਉਂਦਾ ਹੈ। ਇੱਕ ਦਿਨ ਭਾਈ ਸੱਚਨ ਸੱਚ ਜੀ ਨੂੰ, ਜਿਹੜੀ ਰਾਜੇ ਹਰੀਪੁਰ ਦੀ ਘਰਵਾਲੀ ਰਾਣੀ ਪਾਗਲ ਹੋਈ ਹੈ, ਉਹ ਫੜ ਲੈਂਦੀ ਹੈ, ਦੰਦਾਂ ਨਾਲ ਕੱਟਦੀ ਹੈ, ਨਾ ਖੂਨ ਮਾਰਦੀ ਹੈ। ਉਹਨਾਂ ਦੇ ਬੜਾ ਖੂਨ ਵਗਦਾ ਹੈ। ਗੁਰੂ ਸਾਹਿਬ ਜੀ ਪੁੱਛਦੇ, ਭਾਈ ਇਹ ਕਿਵੇਂ ਹੋਇਆ? ਕਹਿੰਦਾ, ਮਹਾਰਾਜ ਮੈਨੂੰ ਕਿਸੇ ਬਲਾ ਨੇ ਫੜ ਲਿਆ ਸੀ। ਮਹਾਰਾਜ ਕਹਿੰਦੇ, ਉਹ ਬਲਾ ਨਹੀਂ, ਉਹ ਤੇ ਉਹ ਰਾਜੇ ਦੀ ਜਿਹੜੀ ਘਰ ਵਾਲੀ ਉਹ ਪਾਗਲ ਹੋਈ ਸੀ, ਉਹ ਹੈ। ਇਸ ਕਰਕੇ ਕੱਲ੍ਹ ਨੂੰ ਜੇ ਤੂੰ ਲੰਗਰ ਦੇ ਵਿੱਚ ਲੱਕੜਾਂ ਲੈਣ ਲਈ ਜਾਏਗਾ, ਸਾਡਾ ਜੋੜਾ ਨਾਲ ਲੈ ਜਾਈਂ। ਜਦੋਂ ਵੀ ਉਹ ਤੈਨੂੰ ਫੜਨ ਲਈ ਆਏ, ਸਾਡਾ ਜੋੜਾ ਉਹਦੇ ਮਾਰਨਾ, ਉਹਦਾ ਕਮਲ ਦੂਰ ਹੋ ਜਾਏਗਾ, ਉਹਦਾ ਪਾਗਲਪਨ ਜਿਹੜਾ ਦੂਰ ਹੋ ਜਾਏਗਾ। ਅਗਲੇ ਦਿਨ ਭਾਈ ਸੱਚਨ ਸੱਚ ਜੀ ਨੇ ਇਵੇਂ ਕੀਤਾ। ਉਹ ਰਾਣੀ ਚੜ੍ਹ ਕੇ ਆਈ, ਮਾਰਨ ਲਈ ਆਈ। ਉਹਨਾਂ ਨੇ ਮਹਾਰਾਜ ਦਾ ਜੋੜਾ ਉਹਦੇ ਸਿਰ ਦੇ ਵਿੱਚ ਲਾਇਆ। ਉਹਨੂੰ ਸੋਝੀ ਆ ਗਈ, ਸਮਝ ਆ ਗਈ। ਆਓ ਹੁਣ ਜਿਹੜੀ ਅੱਗੇ ਕਥਾ ਚੱਲਦੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ। ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਉਂਦੇ ਹੋਏ ਕਥਾ ਆਰੰਭ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਗੁਰਸਿੱਖ ਮੋਹਿ ਬਸਤਰ ਦੇਹੋ, ਕਿਛ ਤਨ ਛਾਤਨ ਮੈਂ ਕਰੋ ਸੁਧਾਰ। ਉਹ ਕਹਿੰਦੀ ਹੈ ਉਹਦਾ ਕਮਲ ਦੂਰ ਹੋਇਆ। ਪਹਿਲਾਂ ਉਹਨੂੰ ਕੱਪੜਿਆਂ ਦੀ ਵੀ ਸੰਭਾਲ ਨਹੀਂ ਸੀ, ਇੰਨਾ ਕਮਲ ਦੇ ਵਿੱਚ ਉਹ ਆ ਗਈ ਸੀ। ਕਹਿੰਦੀ, ਹੇ ਗੁਰਸਿੱਖ, ਮੇਰੇ ਤੇ ਦਇਆ ਕਰ, ਮੈਨੂੰ ਕੱਪੜੇ ਦੇ, ਤਾਂ ਜੋ ਮੈਂ ਆਪਣੇ ਨਗੇਜ ਨੂੰ ਢੱਕ ਸਕਾਂ। ਸ਼੍ਰੀ ਗੁਰ ਨਿਕਟ ਜਾਏ ਬਖਸ਼ਾਵੋ, ਨਿਜ ਅਪਰਾਧ ਨਾ ਆਗਿਆ ਧਾਰ। ਮੈਂ ਹੁਣ ਗੁਰੂ ਜੀ ਦੇ ਕੋਲ ਜਾ ਕੇ ਜਿਹੜਾ ਇਹ ਅਪਰਾਧ ਕੀਤਾ ਹੈ, ਇਸ ਅਪਰਾਧ ਦੀ ਮਾਫੀ ਮੰਗਾਂਗੀ। ਮਹਾ ਕਸ਼ਟ ਮੋਹਿ ਪ੍ਰਾਪਤ ਹੋਇਓ, ਅਬ ਹੋਈ ਤਨ ਕੀ ਸੰਭਾਰ। ਮੈਨੂੰ ਗੁਰੂ ਦੇ ਬਚਨ ਨਾ ਮੰਨਣ ਕਰਕੇ ਬੜਾ ਨੁਕਸਾਨ ਹੋਇਆ, ਦੁਨੀਆ ਦੇ ਵਿੱਚ ਹਾਸਾ ਸਹਿਣਾ ਪਿਆ, ਮੈਂ ਪਾਗਲ ਹੋ ਗਈ। ਤਨ ਕਰਕੇ ਬੜਾ ਦੁੱਖ ਹੋਇਆ, ਮਨ ਕਰਕੇ ਵੀ ਬੜਾ ਦੁੱਖ ਹੋਇਆ। ਇਸ ਕਰਕੇ ਹੁਣ ਮੈਂ ਗੁਰੂ ਤੋਂ ਆਪਣੀ ਭੁੱਲ ਬਖਸ਼ਾ ਲੈਣੀ ਹੈ। ਦਰਸ਼ਨ ਕਰਹਿ ਦੋਸ ਧਨ ਨਸ ਹੈ, ਲੈ ਚੱਲ ਤੂੰ ਅਬ ਪੁਰੀ ਮਝਾਰ। ਇਸ ਕਰਕੇ ਮੈਨੂੰ ਭਾਈ ਸਿੱਖਾ ਗੁਰੂ ਦੇ ਕੋਲ ਲੈ ਚੱਲ, ਜਿਹਦੇ ਦਰਸ਼ਨ ਕੀਤਿਆਂ ਅਪਰਾਧ ਮਿਟ ਜਾਂਦੇ ਨੇ, ਕਲਮਲ ਦੂਰ ਹੋ ਜਾਂਦੇ ਨੇ, ਜਿਹਦੇ ਦਰਸ਼ਨ ਕੀਤਿਆਂ ਦੁੱਖਾਂ ਦਾ ਨਾਸ਼ ਹੁੰਦਾ ਹੈ, ਸੋਗਾਂ ਦਾ ਨਾਸ਼ ਹੋ ਜਾਂਦਾ ਹੈ। ਤੂੰ ਮੈਨੂੰ ਗੋਇੰਦਵਾਲ ਸਾਹਿਬ ਦੇ ਅੰਦਰ ਗੁਰੂ ਅਮਰਦਾਸ ਜੀ ਦੇ ਕੋਲ ਲੈ ਚੱਲ। ਸੁਣ ਕੰਬਲ ਆਪਣੀ ਤਿਨ ਦੀਨਸ, ਢਾਪਿਓ ਤਨ ਆਪਣੇ ਸੰਗ ਲਿਆਏ। ਉਹ ਭਾਈ ਗੁਰਸਿੱਖ ਨੇ ਬੜਾ ਦਿਆਲ ਹੋ ਕੇ ਆਪਣਾ ਕੰਬਲ ਆਪਣੇ ਮੋਢੇ ਤੇ ਜਿਹੜਾ ਰੱਖਿਆ ਕਰਦਾ ਸੀ, ਉਹ ਬੀਬੀ ਨੂੰ ਦਿੱਤਾ। ਉਸ ਨੇ ਆਪਣੇ ਸਰੀਰ ਨੂੰ ਢੱਕ ਲਿਆ ਹੈ। ਜੁਗ ਵੱਡ ਭਾਗ ਖਰੇ ਤਬ ਆਕੇ,
ਸਤਿਗੁਰ ਪਿਕ ਤਿਨ ਬਹੁ ਬਿਵਸਾਏ। ਦੋਵੇਂ ਜਣੇ ਜਾ ਕੇ ਗੁਰੂ ਜੀ ਦੇ ਸਾਹਮਣੇ ਖੜੇ ਹੋ ਗਏ। ਮਹਾਰਾਜ ਜੀ ਉਹਨਾਂ ਨੂੰ ਵੇਖ ਕੇ ਬੜੇ ਖੁਸ਼ ਹੋ ਰਹੇ ਹਨ। ਕਿਰਪਾ ਕਰੀ ਪੁਨ ਕਹਿਓ ਸੁਣੋ ਤੁਮ, ਪਤ ਇਸਤਰੀ ਬਨ ਰਹੋ ਇਕ ਥਾਏ। ਮਹਾਰਾਜ ਜੀ ਕਹਿਣ ਲੱਗੇ, ਭਾਈ ਰਾਜਾ ਤੇ ਹੁਣ ਚਲਾ ਗਿਆ ਹੈ, ਇਹ ਜਿਹੜੀ ਬੀਬੀ ਜਿਹੜੀ ਕਮਲੀ ਹੋਈ ਸੀ ਤੇ ਭਾਈ ਸੱਚ ਨੂੰ ਕਹਿੰਦੇ ਨੇ ਤੁਸੀਂ ਆਪਸ ਦੇ ਵਿੱਚ ਪਤੀ ਪਤਨੀ ਹੋ ਜਾਓ ਤੇ ਜਾ ਕੇ ਪਿੰਡ ਦੇ ਵਿੱਚ ਰਹਿਣਾ ਆਰੰਭ ਕਰ ਦਿਓ। ਤੇਰੀ ਘਾਲ ਕਰੀ ਅਬ ਮਾਏ, ਸੋ ਮੇਰੋ ਧਿਆਨ ਕਰੋ ਘਰ ਜਾਏ। ਇਹ ਭਾਈ ਸੱਚਨ ਸੱਚ, ਤੇਰੀ ਘਾਲ ਥਾਂ ਪੈ ਗਈ ਹੈ। ਤੂੰ ਜਿੰਨੀ ਸੇਵਾ ਕੀਤੀ ਹੈ, ਅੱਜ ਤੇਰੀ ਸੇਵਾ ਦਾ ਫਲ ਪੈ ਗਿਆ ਹੈ। ਤੇਰੀ ਸੇਵਾ ਕਰਨ ਦੇ ਨਾਲ, ਤੇਰਾ ਨਾਮ ਜਪਣ ਦੇ ਨਾਲ ਜੋ ਫਲ ਪ੍ਰਾਪਤ ਹੋਣਾ ਸੀ, ਗੁਰੂ ਅੱਜ ਖੁਸ਼ ਹੋ ਗਿਆ ਹੈ। ਤੇਰੀ ਸੇਵਾ ਥਾਂ ਪੈ ਗਈ ਹੈ। ਦੁਤੀਏ ਕੌਸ ਪੀ ਲੇਹੋ ਹਮ ਪਗ ਕੀ, ਬੰਧਾਏ ਉਪਾਦ ਜੇ ਕਿਸ ਕੇ ਹੋਏ। ਮਹਾਰਾਜ ਕਹਿੰਦੇ ਇੱਕ ਤੇ ਤੂੰ ਮੇਰਾ ਜੋੜਾ ਲਿਆ ਹੀ ਹੈ, ਆ ਦੂਜਾ ਜੋੜਾ ਵੀ ਲੈ ਜਾ ਤੇ ਆਪਣੇ ਘਰ ਜਾਓ, ਸੁਖੀ ਵਸੋ। ਜੇ ਕਿਸੇ ਨੂੰ ਕੋਈ ਰੋਗ ਹੋਏ, ਇਹ ਮੇਰਾ ਜੋੜਾ ਉਸ ਦੇ ਲਗਾ ਦੇਣਾ ਹੈ। ਇਸ ਕੇ ਜੂਵਤ ਬਿਨਸ ਜਾਏ ਸਭ ਜਾਮਹਿ, ਤਿਸ ਤਨ ਕੇ ਦੁਖ ਰਹਿ ਨਾ ਕੋਏ। ਇਹਨੂੰ ਛੂਣ ਮਾਤਰ ਦੇ ਨਾਲ ਜੇ ਕਿਸੇ ਨੂੰ ਕੋਈ ਦੁੱਖ ਹੋਇਆ ਕਰੇਗਾ, ਉਹਦਾ ਦੁੱਖ ਦੂਰ ਹੋ ਜਾਏਗਾ। ਬਚਨ ਪੁਰੇ ਤੁਮ ਬਰ ਸੋ ਸ਼ਰਾਬ ਸਭ, ਨਿਜ ਗ੍ਰਹਿ ਬਸੋ ਚਿੰਤ ਚਿਤ ਖੋਏ। ਇਹ ਜੋੜਾ ਐਸਾ ਹੈ, ਮਹਾਰਾਜ ਜੀ ਕਹਿੰਦੇ ਨੇ ਬਚਨ ਪੁਰਹੇ ਤੋ ਬਾਰ ਸੋ ਸ਼ਰਾਪ ਸਭ। ਜੇ ਤੂੰ ਮੁਖ ਤੋਂ ਕਿਸੇ ਨੂੰ ਕੋਈ ਸ਼ਰਾਪਿਆ ਵੀ ਹੋਏਗਾ, ਕਿਸੇ ਨੂੰ ਕੋਈ ਰੋਗ ਹੋਏਗਾ, ਕਿਸੇ ਨੂੰ ਸੋਗ ਹੋਏਗਾ, ਕਿਉਂਕਿ ਜਦੋਂ ਮਨੁੱਖ ਦੇ ਕਰਮ ਢਿੱਲੇ ਪੈ ਜਾਂਦੇ ਨੇ, ਪ੍ਰਲਬਧ ਮਨੁੱਖ ਦੀ ਖਤਮ ਹੋ ਜਾਂਦੀ ਹੈ, ਨਾਲੋਂ ਨਾਲ ਫਿਰ ਮਨੁੱਖ ਨੂੰ ਆ ਕੇ ਦੁੱਖ ਘੇਰ ਲੈਂਦੇ ਨੇ। ਕਿਉਂਕਿ ਸਾਰੇ ਦਾ ਸਾਰਾ ਮਨੁੱਖ ਦਾ ਲੈਣਾ ਦੇਣਾ ਪ੍ਰਲਬਧ ਨਾਲ ਹੈ। ਜਿਵੇਂ ਕੋਈ ਕਰਮ ਘਟਦਾ ਹੈ, ਜਾਂ ਤੇ ਮਨੁੱਖ ਆਰਥਿਕ ਤੌਰ ਤੇ ਗਰੀਬ ਹੋ ਜਾਂਦਾ ਹੈ, ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਹੈ। ਦੋਵਾਂ ਵਿੱਚੋਂ ਇੱਕ ਚੀਜ਼ ਉਹਨੂੰ ਢੱਕ ਲੈਂਦੀ ਆ। ਤੇ ਜਿਹੜਾ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਾ ਹੈ, ਉਹਨੂੰ ਕਹਿੰਦੇ ਨੇ ਸੋਗੀ, ਜਿਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ। ਇਹ ਸੰਤਾਪ ਹੁੰਦੇ ਨੇ ਜਿਹੜੇ, ਇਹ ਮਾਨਸਿਕ ਨੇ। ਔਰ ਸੰਤਾਪ ਗ੍ਰਸੇ ਮਨੁੱਖ ਪਾਗਲਾਂ ਵਰਗੀ ਹਾਲਾਤ ਵਿੱਚ ਚਲੇ ਜਾਂਦੇ ਨੇ। ਮਹਾਰਾਜ ਕਹਿੰਦੇ ਕਿਤੇ ਸੱਚੀ ਸੰਗਤ ਮਨੁੱਖ ਕਰੇ, ਸੱਚੀ ਬਾਣੀ ਨੂੰ ਸੁਣੇ, ਸੱਚ ਦੀ ਵਿਚਾਰ ਕਿਤੇ ਸ਼ਰਵਣ ਕਰੇ, ਉਹਦਾ ਇਹ ਸਾਰੇ ਰੋਗ ਤੇ ਸੋਗ ਹਟ ਜਾਂਦੇ ਨੇ। ਮਹਾਰਾਜ ਸਾਹਿਬ ਕਹਿੰਦੇ ਸੱਚਨ ਸੱਚ, ਤੂੰ ਅੱਜ ਤੋਂ ਗੁਰਮੁਖ ਹੋ ਗਿਆ ਹੈ। ਨਾਮ ਜਪ ਜਪ ਕੇ ਤੇਰੇ ਅੰਦਰ ਉਹ ਸ਼ਕਤੀ ਆ ਚੁੱਕੀ ਹੈ। ਜੇ ਕਿਸੇ ਨੂੰ ਆਪਣੇ ਮੁਖ ਤੋਂ ਵੀ ਤੂੰ ਉਹਦੇ ਸ਼ਰਾਪ ਨੂੰ ਵੀ ਦੂਰ ਕਰਨਾ ਚਾਹੇਗਾ, ਉਹਦੇ ਕੋਟਾਂ ਕਰਮ ਸੜ ਕੇ ਰਾਖ ਹੋ ਜਾਣਗੇ। ਗੁਰਮੁਖ ਪੰਥ ਪ੍ਰਕਾਸ਼ੋ ਜਿਤ ਕਿਤ, ਅਜਮਤ ਸਹਿਤ ਭਇਓ ਤਬ ਸੋਏ। ਕਹਿੰਦੇ ਇਸ ਕਰਕੇ ਹੁਣ ਜਾਓ, ਆਪਣੇ ਪਿੰਡ ਵਿੱਚ ਜਾਓ, ਜਾ ਕੇ ਆਪ ਵੀ ਨਾਮ ਜਪੋ, ਹੋਰਨਾਂ ਨੂੰ ਵੀ ਜਪਾਓ। ਗੁਰੂ ਸਾਹਿਬ ਨੇ ਇੰਨੀ ਗੱਲ ਕਹੀ, ਭਾਈ ਸੱਚਨ ਸੱਚ ਦੇ ਵਿੱਚ ਵੱਡੀ ਕਰਾਮਾਤ ਆ ਗਈ, ਵੱਡੀ ਸ਼ਕਤੀ ਉਹਦੇ ਅੰਦਰ ਆ ਗਈ, ਕਿਉਂਕਿ ਗੁਰੂ ਦੀ ਕਿਰਪਾ ਹੀ ਐਸੀ ਹੈ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜਿਵੇਂ ਇਹ ਏਡਾ ਵੱਡਾ ਮਕਾਨ ਹੋਏ, ਮਕਾਨ ਨੂੰ ਸਾਂਭਣ ਵਾਸਤੇ ਥੱਲੇ ਥੰਬੀਆਂ ਹੁੰਦੀਆਂ ਨੇ, ਉਹ ਮਕਾਨ ਦੇ ਲੈਂਟਰ ਨੂੰ ਥੰਬੀਆਂ ਸਾਂਭਦੀਆਂ ਨੇ। ਇਵੇਂ ਮਨ ਦੇ ਵਿਕਾਰਾਂ ਤੋਂ ਗੁਰੂ ਦਾ ਸ਼ਬਦ ਰੋਕ ਲੈਂਦਾ ਹੈ, ਮਾੜੀਆਂ ਸੋਚਾਂ ਤੋਂ ਗੁਰੂ ਦਾ ਸ਼ਬਦ ਰੋਕ ਲੈਂਦਾ ਹੈ। ਮਹਾਰਾਜ ਇੱਕ ਉਦਾਹਰਣ ਹੋਰ ਵੀ ਦਿੰਦੇ ਨੇ, ਜਿਉ ਪਾਖਾਨ ਨਾਵ ਚੜ੍ਹ ਧਰੈ, ਪ੍ਰਾਣੀ ਗੁਰਚਰਨ ਲਗਤ ਨਿਸ ਧਰੈ। ਜਿਵੇਂ ਇੱਕ ਪੱਥਰ ਹੈ, ਕਿਸ਼ਤੀ ਦੇ ਵਿੱਚ ਉਹਨੂੰ ਰੱਖ ਦਿਓ, ਪੱਥਰ ਵੈਸੇ ਪਾਣੀ ਵਿੱਚ ਡੁੱਬ ਜਾਂਦਾ ਹੈ, ਪਰ ਜੇ ਪੱਥਰ ਨੂੰ ਕਿਸ਼ਤੀ ਵਿੱਚ ਰੱਖ ਦਈਏ, ਉਹ ਪੱਥਰ ਵੀ ਪਾਣੀ ਤੋਂ ਪਾਰ ਹੋ ਜਾਂਦਾ ਹੈ। ਤੇ ਪੱਥਰ ਡੁੱਬਿਆ ਨਹੀਂ, ਕਿਉਂਕਿ ਕਿਸ਼ਤੀ ਹੈ। ਐਵੇਂ ਹੀ ਮਨੁੱਖ ਜਿੱਡਾ ਮਰਜ਼ੀ ਵਿਕਾਰੀ ਹੋਏ,
ਇਹ ਭਵ ਸਾਗਰ ਦੇ ਵਿੱਚ ਮਨ ਡੁੱਬਿਆ ਹੋਏ, ਜਿਸ ਦਿਨ ਗੁਰੂ ਦਾ ਸ਼ਬਦ ਉਹ ਜਪਦਾ ਹੈ, ਰੱਬ ਦਾ ਨਾਂ ਜਪਦਾ ਹੈ, ਇਹ ਦੁਨੀਆ ਦੇ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਇਸ ਪ੍ਰਕਾਰ ਸ੍ਰੀ ਸਤਿਗੁਰ ਬਖਸ਼ਿਸ਼ ਕੀਨ ਵਿਸਾਲ। ਇਸ ਪ੍ਰਕਾਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸ ਸੱਚਣ ਸੱਚ ਨਾਮ ਸਿੱਖ ਤੇ ਬੜੀ ਮਿਹਰ ਕੀਤੀ ਹੈ। ਮੇਰ ਕਰਿਓ ਰੰਚਕ ਹੁਤੋ ਸਫਲ ਭਈ ਤਿਸ ਘਾਲ। ਕਹਿੰਦੇ ਬਿਲਕੁਲ ਛੋਟਾ ਜਿਹਾ ਹੁੰਦਾ ਸੀ, ਬਿਲਕੁਲ ਕੀੜੀ ਵਰਗਾ ਸੀ, ਗੁਰੂ ਦੀ ਕਿਰਪਾ ਹੋਈ ਸੁਮੇਰ ਪਰਬਤ ਵਰਗਾ ਹੋ ਗਿਆ। ਉਹਦੀ ਸੇਵਾ ਨੇ ਇੰਨਾ ਉਸ ਨੂੰ ਬਲ ਬਖਸ਼ਿਆ, ਕਿਉਂਕਿ ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਚਿਤ ਲਾਏ, ਧਿਆਨ ਲਾ ਕੇ। ਸੇਵਾ ਕੀ ਹੈ ਗੁਰੂ ਦੀ? ਸਤਿਗੁਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਰੱਬ ਦਾ ਨਾਂ ਜਪਣਾ ਹੀ ਗੁਰੂ ਦੀ ਸੇਵਾ ਹੈ, ਹੋਰ ਕਿਹੜੀ ਸੇਵਾ ਹੈ? ਬਾਕੀ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ, ਇਹ ਕਰਮ ਜਿੰਨੇ ਅਸੀਂ ਕਰ ਰਹੇ ਹਾਂ ਸਾਧ ਸੰਗਤ, ਇਹ ਸਾਡੀਆਂ ਡਿਊਟੀਆਂ ਨੇ। ਗੁਰੂ ਦੇ ਦਰ 'ਤੇ ਸਾਫ ਸਫਾਈ ਕਰਨੀ, ਗੁਰੂ ਦੇ ਦਰ 'ਤੇ ਹੋਰ ਵੀ ਸੇਵਾਵਾਂ ਕਰਨੀਆਂ, ਇਹ ਤਾਂ ਸਾਡਾ ਕਰਤੱਵ ਬਣਦਾ। ਜਿੱਥੋਂ ਅਸੀਂ ਕੁਝ ਸਿੱਖੀਏ, ਜਿੱਥੋਂ ਅਸੀਂ ਕੁਝ ਪ੍ਰਾਪਤ ਕਰੀਏ, ਉੱਥੇ ਸੇਵਾ ਕਰਨੀ ਚਾਹੀਦੀ ਹੈ। ਗੁਰੂ ਨਹੀਂ ਇਹ ਕਹਿੰਦਾ ਮੇਰੀ ਸੇਵਾ ਕਰੋ। ਮਹਾਰਾਜ ਕਹਿੰਦੇ ਨੇ ਰੱਬ ਦੀ ਸੇਵਾ ਕੀ ਹੈ? ਰੱਬ ਦਾ ਨਾਂ ਜਪਣਾ, ਉਹਦੀ ਬੰਦਗੀ ਕਰਨੀ। ਔਰ ਸਾਧ ਸੰਗਤ, ਪਰਮੇਸ਼ਰ ਇਹ ਕਹਿੰਦਾ ਵੀ ਨਹੀਂ ਕਿਸੇ ਨੂੰ ਮੇਰਾ ਨਾਮ ਜਪ। ਉਹਦਾ ਨਾਮ ਜਪ ਕੇ ਮਨੁੱਖ ਨੇ ਆਪਣਾ ਹੀ ਭਲਾ ਕਰਾਉਣਾ ਹੈ, ਪਰਮੇਸ਼ਰ ਨੂੰ ਕੀ ਹੈ? ਇਸ ਕਰਕੇ ਪਰਮੇਸ਼ਰ ਦੇ ਨਾਮ ਬਾਰੇ ਗੁਰੂ ਦੁਨੀਆ ਨੂੰ ਦੱਸਦਾ ਹੈ ਵੀ ਉਹਦਾ ਨਾਮ ਜਪੋ, ਉਹਦੀ ਬੰਦਗੀ ਕਰੋ, ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਨਾਸ਼ ਹੋ ਜਾਵੇਗਾ। ਕਿਰਪਾ ਦ੍ਰਿਸ਼ਟ ਸ੍ਰੀ ਸਤਿਗੁਰ ਦੇਖ, ਕਰਿਓ ਬੂੰਦ ਤੇ ਜਲਦ ਵਿਸੇਖ। ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ। ਦੂਜਾ ਉਦਾਹਰਣ ਦਿੰਦੇ ਨੇ, ਕਹਿੰਦੇ ਬੂੰਦ ਵਰਗਾ ਸੀ, ਸਾਗਰ ਵਰਗਾ ਬਣ ਗਿਆ। ਮਨੁੱਖ ਗੁਰੂ ਦੇ ਦੁਆਰੇ ਆਉਂਦਾ ਬੂੰਦ ਵਰਗਾ ਹੈ। ਜਿਸ ਦਿਨ ਗੁਰੂ ਦੀ ਸਿੱਖਿਆ ਮੰਨ ਲੈਂਦਾ ਹੈ, ਸਮੁੰਦਰ ਵਰਗਾ ਬਣ ਜਾਂਦਾ, ਵਿਸ਼ਾਲ ਬਣ ਜਾਂਦਾ ਹੈ। ਪਹਿਲਾਂ ਹਿਰਦਾ ਕਮਜ਼ੋਰ ਹੁੰਦਾ ਹੈ, ਪਹਿਲਾਂ ਹਿਰਦਾ ਨਿੰਦਿਆ ਚੁਗਲੀ ਵਾਲਾ ਛੋਟਾ ਹੁੰਦਾ ਹੈ। ਜਿਉਂ-ਜਿਉਂ ਗੁਰੂ ਦਾ ਨਾਮ ਜਪਦਾ ਰਹਿੰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਰਹਿੰਦਾ ਹੈ, ਵਿਸ਼ਾਲ ਬਣ ਜਾਂਦਾ ਹੈ। ਵੱਡੀਆਂ ਵੱਡੀਆਂ ਗੱਲਾਂ ਨੂੰ ਸਹਿਜੇ ਹੀ ਸਹਿ ਜਾਂਦਾ ਹੈ, ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਸਹਿਜੇ ਹੀ ਸਹਿ ਜਾਂਦਾ ਹੈ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇੱਕ ਭਾਈ ਮਾਲੋ ਨਾਮ ਦਾ ਸਿੱਖ ਤੁਰ ਕੇ ਆਇਆ। ਉਹ ਮਹਾਰਾਜ ਨੂੰ ਬੇਨਤੀ ਕਰਦਾ ਹੈ, ਮਹਾਰਾਜ ਮੈਂ ਤੁਹਾਡੇ ਅੱਗੇ ਬੇਨਤੀ ਲੈ ਕੇ ਆਇਆ, ਮੇਰਾ ਜਨਮ ਤੇ ਮਰਨ ਕੱਟ ਦਿਓ। ਮਹਾਰਾਜ ਕਹਿੰਦੇ ਨੇ, ਭਾਈ ਕਲਯੁਗ ਦਾ ਸਮਾਂ ਹੈ, ਇਹਦੇ ਵਿੱਚ ਤਪ ਕਰਨੇ, ਆਪਣੇ ਆਪ ਨੂੰ ਹੋਮ ਦੇ ਵਿੱਚ ਜਲਾਉਣਾ, ਆਪਣੇ ਆਪ ਦੇ ਉੱਤੇ ਸਿਰ ਤੇ ਕਰਵੱਤਰ ਧਰਾਉਣਾ, ਪਾਣੀ ਵਿੱਚ ਬੈਠ ਕੇ ਸਮਾਧੀ ਲਾਉਣੀ, ਇੱਕ ਲੱਤ ਤੇ ਖੜਾ ਹੋਣਾ, ਇਹ ਅੱਜ ਦੇ ਸਮੇਂ 'ਚ ਸੰਭਵ ਨਹੀਂ ਹੈ। ਇਸ ਕਰਕੇ ਤੂੰ ਰੱਬ ਦਾ ਨਾਮ ਜਪਿਆ ਕਰ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਸਤਨਾਮ ਸਤਨਾਮ ਕਰਿਆ ਕਰ, ਤੇਰਾ ਭਲਾ ਹੋ ਜਾਏਗਾ। ਕਹਿੰਦਾ ਮਹਾਰਾਜ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ, ਅਸੀਂ ਜਿੰਨੀ ਜ਼ਿਆਦਾ ਮਿਹਨਤ ਕਰੀਏ ਫਲ ਵੀ ਉੱਡਾ ਹੀ ਵੱਡਾ ਹੁੰਦਾ ਹੈ। ਹੁਣ ਰਾਮ ਰਾਮ ਕਰਨ 'ਚ, ਵਾਹਿਗੁਰੂ ਵਾਹਿਗੁਰੂ ਕਰਨ 'ਚ, ਸਤਨਾਮ ਸਤਨਾਮ ਕਰਨ 'ਚ ਕਿਹੜੀ ਮਿਹਨਤ ਹੈ? ਜੇ ਮਨੁੱਖ ਇੱਕ ਪੈਰ 'ਤੇ ਖੜਾ ਹੋਏਗਾ, ਭੁੱਖਾ ਰਹੇਗਾ, ਵਰਤ ਰੱਖੇਗਾ, ਇਹਦੇ ਵਿੱਚ ਤੇ ਮਿਹਨਤ ਬੜੀ ਜ਼ਿਆਦਾ ਹੈ, ਤੇ ਫਿਰ ਇਹਦਾ ਫਲ ਵੀ ਵੱਡਾ ਹੋਣਾ ਚਾਹੀਦਾ ਹੈ। ਇੱਕ ਲੱਤ 'ਤੇ ਖਲੋਣਾ ਕਿੱਡੀ ਮਿਹਨਤ ਹੈ, ਫਿਰ ਫਲ ਵੀ ਵੱਡਾ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਮੈਂ ਤੈਨੂੰ ਉਦਾਹਰਣ ਦੇਣਾ, ਸ਼ਾਇਦ ਤੈਨੂੰ ਸਮਝ ਆ ਜਾਏ। ਸਾਹਿਬ ਜੀ ਕਹਿੰਦੇ ਨੇ, ਜਿਵੇਂ ਇੱਕ ਲੱਕੜਹਾਰਾ ਜੰਗਲ ਵਿੱਚ ਲੱਕੜਾਂ ਵੱਢਣ ਜਾਂਦਾ ਹੈ, ਲੱਕੜਾਂ ਉਹ ਵੱਢ ਕੇ ਲਿਆਂਦਾ ਹੈ, ਲੱਕੜਾਂ ਵੱਢ ਕੇ ਰੱਖ ਦਿੰਦਾ ਹੈ, ਤੇ ਉਹਨੂੰ ਕਿੰਨੀ ਕੁ ਕਮਾਈ ਮਿਲਦੀ ਹੈ? ਮਹਾਰਾਜ 5 ਰੁਪਏ 10 ਰੁਪਏ 20 25 ਰੁਪਏ। ਮਹਾਰਾਜ ਕਹਿੰਦੇ ਇੱਕ ਮਨੁੱਖ ਹੈ, ਆਪਣੀ ਦੁਕਾਨ 'ਤੇ ਹੀ ਬੈਠਾ ਹੈ, ਉਹਦੇ ਕੋਲ ਹੀ ਉੱਥੇ ਸੌਦਾ ਲੈਣ ਵਾਲੇ ਆਉਂਦੇ ਨੇ, ਉੱਥੋਂ ਹੀ ਲਈ ਜਾਂਦੇ ਨੇ,
ਉਹਦੀ ਮਿਹਨਤ ਕਿੰਨੀ ਹੈ? ਕਹਿੰਦੇ ਮਿਹਨਤ ਘੱਟ ਹੈ। ਮੁਨਾਫਾ ਕਿੰਨਾ ਹੈ? ਮੁਨਾਫਾ ਲੱਕੜਹਾਰੇ ਤੋਂ ਜ਼ਿਆਦਾ ਹੈ। ਮਹਾਰਾਜ ਕਹਿੰਦੇ ਇੱਕ ਹੀਰਿਆਂ ਦਾ ਵਪਾਰੀ ਹੈ, ਬੈਠਾ ਉਹ ਵੀ ਦੁਕਾਨ ਤੇ ਹੈ, ਲੋਕ ਉਹਦੀ ਦੁਕਾਨ ਤੇ ਆਉਂਦੇ ਨੇ, ਹੀਰੇ ਲੈ ਜਾਂਦੇ ਨੇ, ਵਪਾਰ ਉਹਦਾ ਉੱਥੇ ਹੁੰਦਾ ਹੈ। ਮਿਹਨਤ ਕਿੰਨੀ ਹੈ? ਕਹਿੰਦੇ ਘੱਟ ਹੈ। ਮੁਨਾਫਾ ਕਹਿੰਦੇ ਦੁਕਾਨ ਵਾਲੇ ਨਾਲੋਂ ਵੀ ਜ਼ਿਆਦਾ ਹੈ। ਮਹਾਰਾਜ ਕਹਿੰਦੇ ਐਵੇਂ ਇਹ ਤਪ ਤੇ ਨਾਮ ਦੇ ਵਿੱਚ ਫਰਕ ਹੈ। ਤਪ ਸਾਧਣ ਦੇ ਵਿੱਚ ਮਿਹਨਤ ਜ਼ਿਆਦਾ ਹੈ, ਮੁਨਾਫਾ ਘੱਟ ਹੈ। ਪਰ ਐਵੇਂ ਹੀ ਰੱਬ ਦਾ ਨਾਂ ਲੈਣ ਦੇ ਵਿੱਚ, ਭਗਤੀ ਕਰਨ ਦੇ ਵਿੱਚ ਮਿਹਨਤ ਘੱਟ ਹੈ, ਮੁਨਾਫਾ ਜ਼ਿਆਦਾ ਹੈ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਹੈ, ਕਹਿੰਦੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਇੱਕ ਹੀ ਪੁੰਨ ਹੈ। ਜੇ ਦੁਨੀਆ ਦੇ ਵਿੱਚ ਅਸੀਂ ਚਾਹੁੰਦੇ ਹਾਂ, ਆਪਾਂ ਆਮ ਕਹਿੰਦੇ ਪੁੰਨ ਕਰੋ, ਮਹਾਰਾਜ ਕਹਿੰਦੇ ਇੱਕ ਹੀ ਪੁੰਨ ਕਰ ਲੈ, ਸਾਰੇ ਪੁੰਨ ਵਿੱਚ ਹੀ ਆ ਜਾਣਗੇ। ਕਿਹੜਾ ਪੁੰਨ? ਕੱਲ ਮੈਂ ਇਹੋ ਪੁੰਨ। ਕਲਯੁਗ ਦੇ ਵਿੱਚੋਂ ਇੱਕੋ ਹੀ ਪੁੰਨ ਹੈ ਕਿ ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣ ਗਾਉਣੇ, ਗੋਬਿੰਦ ਨੂੰ ਯਾਦ ਕਰਨਾ, ਜਿਨੇ ਸ੍ਰਿਸ਼ਟੀ ਸਾਜੀ ਹੈ, ਜਿਨੇ ਇਹ ਸਾਰਾ ਪਸਾਰਾ ਬਣਾਇਆ, ਜਿਹਨੂੰ ਬਾਣੀ ਕਹਿੰਦੀ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਮਹਾਰਾਜ ਕਹਿੰਦੇ ਨੇ ਅੰਤ 'ਚ ਕਹਿੰਦੇ ਨੇ ਸੋ ਪਾਤਸ਼ਾਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਚਾਈ। ਮਹਾਰਾਜ ਨੇ ਨਾ ਪਰਮਾਤਮਾ ਨੂੰ ਬਾਦਸ਼ਾਹ ਗਿਣਿਆ। ਪਰ ਸਾਧ ਸੰਗਤ, ਜਿਹੜਾ ਬਾਦਸ਼ਾਹ ਹੁੰਦਾ ਨਾ, ਬਾਦਸ਼ਾਹ ਉਹਦੇ ਅੱਗੇ ਕੋਈ ਹੁਕਮ ਨਹੀਂ ਕਰ ਸਕਦਾ, ਸਿਰਫ ਅਰਦਾਸ ਕਰ ਸਕਦਾ। ਇਸ ਕਰਕੇ ਸਿੱਖ ਪੰਥ ਦੇ ਅੰਦਰ ਮਹਾਰਾਜ ਨੇ ਅਰਦਾਸ ਨੂੰ ਹੀ ਅੱਗੇ ਰੱਖਿਆ ਹੈ। ਸਿਰਫ ਅਰਦਾਸ ਕਰੋ ਰੱਬ ਅੱਗੇ, ਉਹਦੇ ਅੱਗੇ ਬੇਨਤੀ ਕਰੋ, ਉਹਦੇ ਤੋਂ ਅੱਗੇ ਬੇਨਤੀ ਕਰੋ, ਮੰਨਤ ਮੰਗੋ, ਹੁਕਮ ਨਹੀਂ ਉੱਤੇ ਕਰ ਪਾਉਂਗੇ। ਕਿਉਂ? ਉਹ ਤੇ ਬਾਦਸ਼ਾਹ ਹੈ। ਤੇ ਲੋਕ ਬਾਦਸ਼ਾਹ ਦੇ ਸਾਹਮਣੇ ਜਾਂਦੇ ਨੇ, ਬਾਦਸ਼ਾਹ ਜਿਹੜਾ ਵੀ ਹੁਕਮ ਪਾਰਿਤ ਕਰ ਦੇਵੇ, ਜਿਹੜਾ ਵੀ ਕਾਨੂੰਨ ਬਣਾ ਦੇ, ਲੋਕਾਂ ਨੂੰ ਮੰਨਣਾ ਪੈਂਦਾ ਹੈ। ਭਾਵੇਂ ਕਾਨੂੰਨ ਗਲਤ ਹੈ ਤੇ ਭਾਵੇਂ ਠੀਕ ਹੈ, ਮੰਨਣਾ ਪੈਂਦਾ ਹੈ। ਅੱਜ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ, ਮੰਨਣੇ ਪੈਂਦੇ ਨੇ, ਭਾਵੇਂ ਉਹ ਗਲਤ ਹੈ ਭਾਵੇਂ ਸਹੀ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਵੀ ਬਾਦਸ਼ਾਹ ਹੈ, ਉਹਨੇ ਜੋ ਜੋ ਜ਼ਿੰਦਗੀ 'ਚ ਸਾਡੇ 'ਚ ਵਾਪਰਦਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਉਹਨੂੰ ਮੰਨ ਲੈ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ। ਉਹਦੇ ਅੱਗੇ ਅੜਨਾ ਨਹੀਂ ਚਾਹੀਦਾ, ਨਮਸਕਾਰ ਕਰਨੀ ਚਾਹੀਦੀ ਹੈ ਬਸ। ਜਿਹੜੇ ਅੜਦੇ ਨੇ ਸਾਰੀ ਜ਼ਿੰਦਗੀ ਦੁੱਖਾਂ 'ਚ ਹੀ ਗੁਜ਼ਰਦੀ ਹੈ। ਉਹ ਬਾਦਸ਼ਾਹ ਹੈ। ਮਹਾਰਾਜ ਕਹਿੰਦੇ ਨੇ ਇਸ ਕਰਕੇ ਉਹਦੇ ਹੁਕਮ 'ਚ ਚੱਲਣਾ ਚਾਹੀਦਾ। ਹਾਂ, ਜੇ ਕੋਈ ਉਹਨੇ ਦੁੱਖ ਦੇ ਦਿੱਤਾ ਹੈ ਤੇ ਉਹਦੇ ਹੁਕਮ 'ਚ ਹੀ ਦੁੱਖ ਵੀ। ਜੇ ਜ਼ਿਆਦਾ ਲੰਮਾ ਚੱਲ ਗਿਆ ਫਿਰ ਬਾਦਸ਼ਾਹ ਦੇ ਅੱਗੇ ਰਹਿਮ ਦੀ ਭੀਖ ਮੰਗੀ ਜਾ ਸਕਦੀ ਹੈ। ਬਾਦਸ਼ਾਹ ਦੇ ਅੱਗੇ ਲੋਕ ਰਹਿਮ ਦੀ ਭੀਖ ਮੰਗ ਸਕਦੇ ਨੇ, ਅੜ ਨਹੀਂ ਸਕਦੇ। ਪਰਮਾਤਮਾ ਬਾਦਸ਼ਾਹ, ਜੇ ਉਹਨੇ ਦੁੱਖ ਦੇ ਦਿੱਤੇ ਨੇ, ਉਹਨੂੰ ਕਿਹਾ ਜਾ ਸਕਦਾ ਪਰਮਾਤਮਾ ਕਰੋ ਬੇਨਤੀ ਸੁਣੋ ਮੇਰੇ ਮੀਤਾ। ਇਹ ਕਿਹਾ ਜਾ ਸਕਦਾ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਇਹ ਕਿਹਾ ਜਾ ਸਕਦਾ ਹੈ। ਇੱਕ ਤਰੀਕਾ ਹੈ ਉਹਨੂੰ ਉਹਦੇ ਅੱਗੇ ਬੇਨਤੀ ਕਰਨ ਦਾ। ਕਰ ਮਿੰਨਤ ਕਰ ਜੋਦੜੀ, ਉਹਦੇ ਅੱਗੇ ਮਿੰਨਤ ਕੀਤੀ ਜਾ ਸਕਦੀ ਹੈ। ਮਹਾਰਾਜ ਬਾਣੀ 'ਚ ਕਹਿੰਦੇ ਨੇ ਜੀ ਕੀ ਬਿਰਥਾ ਹੋਏ ਗੁਰ ਪਹਿ ਅਰਦਾਸ ਕਰ। ਇੱਕ ਅਰਦਾਸ ਹੈ ਬਾਣੀ 'ਚ, ਤਾਂ ਹੀ ਇੱਕ ਅਰਦਾਸ ਪਾਠ ਕੀਰਤ ਕੀ। ਬੜੀ ਵਾਰੀ ਅਰਦਾਸ ਹੀ ਅਰਦਾਸ ਆਇਆ, ਉਹਦੇ ਅੱਗੇ ਹੁਕਮ ਨਹੀਂ। ਕਿਉਂ? ਸੋ ਸ਼ਾਹੋ ਪਾਤਸ਼ਾਹੋ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ। ਸੋ ਪਾਤਸ਼ਾਹੋ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ। ਉਹਦੀ ਰਜਾ ਵਿੱਚ ਚੱਲਣ ਦੇ ਵਿੱਚ ਹੀ ਜ਼ਿੰਦਗੀ ਦਾ ਰਸ ਹੈ। ਜਿਨ ਕੇ ਸਾਹਮਣਾ ਗਰੀਬ ਨਿਵਾਜੂ ਆਪ ਡੂਬਤ ਸੋ ਕਰੇ ਜਹਾਜੂ। ਉਹ ਭਾਈ ਸੱਚਣ ਸੱਚ ਕਹਿੰਦਾ ਹੈ, ਗੁਰੂ ਅਮਰਦਾਸ ਜੀ ਵਰਗਾ ਕੋਈ ਜਹਾਜ਼ ਨਹੀਂ, ਮਹਾਰਾਜ ਵਰਗਾ ਕੋਈ ਨਹੀਂ। ਕਿਉਂ? ਮੈਂ ਡੁੱਬ ਰਿਹਾ ਸੀ, ਮੈਨੂੰ ਡੁੱਬਦੇ ਨੂੰ ਆਪਣੇ ਜਹਾਜ਼ ਵਿੱਚ ਬਿਠਾ ਲਿਆ ਹੈ। ਵਿਦਾ ਕਰਿਓ ਇਸਤਰੀ ਸੋ ਦੀਨ
ਭਇਓ ਪਰ ਮੁਦਤ ਕਸ਼ਟ ਮਨ ਛੀਨ। ਕਹਿੰਦਾ ਮਹਾਰਾਜ ਨੇ ਕਿੱਡੇ ਵੱਡੇ ਨੇ, ਮੈਨੂੰ ਕਿੱਡੀਆਂ ਵੱਡੀਆਂ ਬਰਕਤਾਂ ਦਿੱਤੀਆਂ ਨੇ ਮੇਰੇ ਮਨ ਦੇ, ਮੈਂ ਤੇ ਥੋੜੀ ਜੀ ਸੇਵਾ ਕੀਤੀ। ਸਾਧ ਸੰਗਤ ਇਹ ਕੋਈ ਪਤਾ ਨਹੀਂ ਰੱਬ ਕਿੰਨੀ ਕੁ ਸੇਵਾ ਤੋਂ ਖੁਸ਼ ਹੋ ਜਾਂਦਾ, ਉਹ ਹੀ ਜਾਣਦਾ ਹੈ। ਇੱਥੇ ਇਹ ਨਹੀਂ ਹੈ ਤੇਰੀ ਸੇਵਾ ਵੱਡੀ ਹੈ ਮੇਰੀ ਛੋਟੀ ਨਹੀਂ। ਮਹਾਰਾਜ ਬਾਣੀ 'ਚ ਕਹਿੰਦੇ ਨੇ ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਣਾ ਸਹਿ ਕੌਣ ਪਿਆਰੇ। ਇਹ ਕੋਈ ਪਤਾ ਨਹੀਂ ਰੱਬ ਨੂੰ ਕੌਣ ਚੰਗਾ ਲੱਗਦਾ ਹੈ, ਕੋਈ ਪਤਾ ਨਹੀਂ। ਇਹ ਜ਼ਰੂਰੀ ਨਹੀਂ ਉਸ ਨੂੰ ਜਿਹੜਾ ਬੰਦਗੀ ਕਰ ਰਿਹਾ, ਕੀ ਪਤਾ ਜਿਹੜਾ ਨਹੀਂ ਵੀ ਕਰ ਰਿਹਾ ਕਦੋਂ ਉਹਨੂੰ ਫੜ ਕੇ ਉਹਨੇ ਬੰਦਗੀ ਚਲਾ ਲੈਣਾ, ਕੋਈ ਪਤਾ ਨਹੀਂ। ਉੱਥੇ ਵੱਡੇ ਵੱਡੇ ਵਕਾਰੀਆਂ ਨੂੰ ਫੜ ਕੇ, ਡਾਕੂਆਂ ਨੂੰ ਫੜ ਕੇ ਸੰਤ ਬਣਾ ਦਿੰਦਾ ਹੈ। ਉੱਥੇ ਗਣਕਾਂ ਵਰਗੀਆਂ ਨੂੰ ਫੜ ਕੇ ਭਗਤਨੀਆਂ ਬਣਾ ਦਿੰਦਾ ਹੈ। ਅਜਾ ਮਲ ਵਰਗੇ ਪੰਡਿਤ ਨੂੰ ਇੱਕ ਵਾਰੀ ਫੜ ਕੇ ਵਕਾਰੀ ਬਣਾ ਦਿੰਦਾ ਹੈ, ਫਿਰ ਨਿਰੰਕਾਰੀ ਬਣਾ। ਇਹ ਤੇ ਉਹੀ ਜਾਣਦਾ ਹੈ, ਉਹਦੀਆਂ ਰਹਿਮਤਾਂ ਉਹੀ ਜਾਣਦਾ ਹੈ। ਹੰਕਾਰ ਨਹੀਂ ਹੈ ਦੁਨੀਆ ਤੇ, ਨਾ ਵਿਦਿਆ ਦਾ, ਨਾ ਕਿਸੇ ਜਪ ਦਾ ਤੇ ਨਾ ਕਿਸੇ ਤਪ ਦਾ। ਕਿਉਂ ਹੰਕਾਰ ਉਹ ਰਹਿਣ ਨਹੀਂ ਦਿੰਦਾ। ਮੈਂ ਤਾਂ ਕਹਿੰਦਾ ਰੱਬ ਦੀ ਸਭ ਤੋਂ ਵੱਡੀ ਮਜਬੂਰੀ ਹੋਈ ਇਹ ਹੈ, ਉਹ ਹੰਕਾਰੀ ਦਾ ਹੰਕਾਰ ਨਹੀਂ ਚੱਲਣ ਦਿੰਦਾ। ਬਸ ਗੱਲ ਇਹ ਹੈ, ਨਾ ਉਹ ਵਿਦਿਆ ਦਾ ਹੰਕਾਰ ਚੱਲਣ ਦਿੰਦਾ ਹੈ, ਨਾ ਜਪ ਦਾ ਚੱਲਣ ਦਿੰਦਾ ਹੈ, ਨਾ ਤਪ ਦਾ ਚੱਲਣ ਦਿੰਦਾ ਹੈ, ਨਾ ਪੈਸੇ ਦਾ ਚੱਲਣ ਦਿੰਦਾ ਹੈ, ਨਾ ਕਿਸੇ ਨੂੰ ਪਾਵਰ ਦਾ ਚੱਲਣ ਦਿੰਦਾ ਹੈ। ਗੁਰਬਾਣੀ ਤੇ ਕਹਿੰਦੀ ਹੈ ਜਦੋਂ ਹੰਕਾਰ ਮਨੁੱਖ ਵਿੱਚ ਆ ਜਾਂਦਾ ਹੈ, ਜੇ ਕਿਤੇ ਰਾਜ ਦਾ ਹੰਕਾਰ ਆ ਜਾਏ ਭਿਖਾਰੀ ਬਣਾਉਂਦਿਆਂ ਵੀ ਟਾਈਮ ਨਹੀਂ ਉਹ ਲਾਉਂਦਾ, ਐਸਾ ਉਹ ਹੈ। ਆਪ ਜੀ ਨੂੰ ਪਹਿਲਾਂ ਵੀ ਕਿਹਾ, ਕਹਿੰਦੇ ਜਿਸ ਦਿਨ ਦਸਤਗੀਰ ਪੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ, ਮਹਾਰਾਜ ਰੱਬ ਵਿਹਲਾ ਹੈ ਕਿ ਕੁਛ ਕਰਦਾ ਵੀ ਹੈ? ਮਹਾਰਾਜ ਕਹਿੰਦੇ ਦਸਤਗੀਰ ਤੇਰੇ ਇਸ ਸਵਾਲ ਦਾ ਜਵਾਬ, ਤੂੰ ਮਾੜਾ ਜਿਹਾ ਤਖਤ ਤੋਂ ਥੱਲੇ ਆ, ਮੈਂ ਉੱਤੇ ਬੈਠਦਾ ਫਿਰ ਤੇਰੇ ਸਵਾਲ ਦਾ ਜਵਾਬ ਦਿਆਂਗਾ। ਮਹਾਰਾਜ ਉਹਦੇ ਤਖਤ ਤੇ ਬੈਠੇ, ਦਸਤਗੀਰ ਤਖਤ ਤੋਂ ਥੱਲੇ ਉਤਰਿਆ। ਮਹਾਰਾਜ ਕਹਿੰਦੇ ਦਸਤਗੀਰ ਇਹ ਕਰਦਾ ਰੱਬ ਰੋਜ਼, ਵਿਹਲਾ ਨਹੀਂ ਹੈ। ਕੀ ਕਰਦਾ ਮਹਾਰਾਜ? ਤਖਤ ਤੇ ਬੈਠਿਆਂ ਨੂੰ ਥੱਲੇ ਲਾ ਦਿੰਦਾ ਹੈ, ਥੱਲੇ ਵਾਲਿਆਂ ਨੂੰ ਉੱਤੇ ਬਹਾ ਦਿੰਦਾ ਹੈ। ਇਹ ਉਹ ਸਾਰਾ ਦਿਨ ਹੀ ਕਰਦਾ ਹੈ। ਮਹਾਰਾਜ ਜੀ ਨੂੰ ਬਾਣੀ 'ਚ ਕਹਿੰਦੇ ਨੇ ਖਿਨ ਮਹਿ ਨੀਚ ਕੀਟ ਕੋ ਰਾਜ, ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ। ਕੋਈ ਪਤਾ ਨਹੀਂ ਇਸ ਸ੍ਰਿਸ਼ਟੀ ਦੇ ਵਿੱਚ। ਮਹਾਰਾਜ ਕਹਿੰਦੇ ਕਹੋ ਨਾਨਕ ਕਿਛ ਥਿਰ ਨਹੀਂ, ਨਾ ਪਦਵੀਆਂ ਥਿਰ ਨੇ, ਨਾ ਸਰੀਰ ਥਿਰ ਹੈ, ਨਾ ਜਪ ਥਿਰ ਹੈ, ਨਾ ਤਪ ਥਿਰ ਹੈ। ਜਿਸ ਦਿਨ ਵੀ ਜਪ ਦਾ ਹੰਕਾਰ ਆ ਗਿਆ ਜਪ ਚਲਾ ਜਾਏਗਾ। ਕਿਛ ਥਿਰ ਨਹੀਂ, ਇੱਥੇ ਕੁਛ ਸਥਿਰ ਨਹੀਂ, ਇੱਥੇ ਸਰੀਰ ਸਥਿਰ ਨਹੀਂ, ਇੱਥੇ ਬਾਣ ਇੱਜ਼ਤ ਸਥਿਰ ਨਹੀਂ, ਪੈਸਾ ਕਿਸੇ ਦਾ ਸਥਿਰ ਨਹੀਂ। ਅੱਜ ਹੈ ਕਿਰਤਾ ਕੱਲ੍ਹ ਨੂੰ ਚਲਾ ਜਾਏ, ਕੁਛ ਵੀ ਇੱਥੇ ਟਿਕੇ ਰਹਿਣ ਵਾਲਾ ਕੰਮ ਨਹੀਂ ਹੈ ਦੁਨੀਆ ਤੇ। ਇੱਥੇ ਤੇ ਸਭ ਕੁਝ ਚਲਾਏਮਾਨ ਹੀ ਚੱਲ ਰਿਹਾ ਹੈ। ਬਾਰ ਬਾਰ ਗੁਰ ਪਦ ਅਰਬਿੰਦ, ਕਰੀ ਬੰਦਨਾ ਲੈ ਸੁਖ ਬ੍ਰਿੰਦ। ਬਾਰ ਬਾਰ ਭਾਈ ਸੱਚਣ ਸੱਚ ਸੇਵਾ ਕਰਕੇ ਮਾਣ ਪ੍ਰਾਪਤ ਹੋਇਆ। ਬਾਰ ਬਾਰ ਮਹਾਰਾਜ ਜੀ ਨੂੰ ਨਮਸਕਾਰ ਕਰਦਾ, ਸਾਹਿਬ ਜੀ ਤੁਹਾਡੀ ਬੜੀ ਕਿਰਪਾ ਹੈ, ਮੇਰੇ ਵਰਗੇ ਗਰੀਬ ਨੂੰ ਆਪ ਜੀ ਨੇ ਨਵਾਜ ਦਿੱਤਾ ਹੈ। ਉੱਚੇ ਪਦ ਕੋ ਪ੍ਰਾਪਤ ਭਇਓ, ਆਪਣੇ ਗ੍ਰਹਿ ਕੋ ਮਗ ਪੁੰਨ ਲਿਓ। ਮਹਾਰਾਜ ਜੀ ਤੋਂ ਉੱਚੀ ਪਦਵੀ ਨੂੰ ਪ੍ਰਾਪਤ ਕਰ ਲਿਆ, ਹੁਣ ਆਪਣੇ ਘਰ ਵੱਲ ਨੂੰ ਚੱਲ ਗਿਆ। ਸਾਧ ਸੰਗਤ ਜਿੰਨੇ ਵੀ ਪਰਮਾਤਮਾ ਦੇ ਨਾਂ ਨੇ ਨਾ, ਜਿਨ੍ਹਾਂ ਨੇ ਵੀ ਰੱਖੇ ਨੇ ਉਹ ਵੇਖ ਵੇਖ ਕੇ ਰੱਖੇ ਨੇ। ਇੱਕ ਪਰਮਾਤਮਾ ਦਾ ਨਾਮ ਨਾ ਗਰੀਬ ਨਵਾਜ ਵੀ ਹੈ। ਗੁਰਬਾਣੀ ਵਿੱਚ ਗਰੀਬ ਨਵਾਜ ਗੁਸਈਆਂ ਮੇਰਾ, ਮਾਥੈ ਛਤਰ ਤਰੈ। ਇਹ ਸ਼ਬਦ ਭਾਈ ਭਗਤ ਰਵਿਦਾਸ ਜੀ ਨੇ ਲਿਖਿਆ ਹੈ। ਕਹਿੰਦੇ ਪਰਮਾਤਮਾ ਮੈਂ ਤੇ ਮਰੇ ਹੋਏ ਪਸ਼ੂ ਢੋਣ ਵਾਲਾ ਸੀ, ਮੇਰੀ ਕਿੰਨੇ ਗੱਲ ਪੁੱਛਣੀ ਸੀ ਸਾਰੀ ਦੁਨੀਆ 'ਚ, ਕੌਣ ਜਾਣਦਾ ਸੀ ਮੈਨੂੰ। ਜਿਹਨੂੰ ਇੱਕ ਸ਼ਾਇਰ ਲਿਖਦਾ ਹੈ, ਕੌਣ ਜਾਣਦਾ ਸੀ ਇਹਨਾਂ ਆਜਜ਼ਾਂ ਨੂੰ, ਕੁਛ ਭੇਦ ਨਹੀਂ ਤੇਰਿਆਂ ਭਾਣਿਆਂ ਦਾ। ਇੱਕ ਸ਼ਾਇਰ ਲਿਖਦਾ ਹੈ, ਕੋਈ ਪਤਾ ਨਹੀਂ ਸੀ ਮੈਂ ਕੈਸੋ ਦਾ ਸੀ, ਪਰ ਪਰਮਾਤਮਾ ਤੇਰੇ ਭਾਣਿਆਂ ਦਾ ਕੋਈ ਪਤਾ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਨੇ ਪਰਮਾਤਮਾ ਤੂੰ ਗਰੀਬ ਨਵਾਜ ਹੈ, ਮੇਰੇ ਵਰਗੇ ਗਰੀਬ ਨੂੰ ਜਿਹੜਾ ਨਾ ਪੈਸਿਆਂ ਕਰਕੇ ਅਮੀਰ ਸੀ ਨਾ ਵਿਦਿਆ ਕਰਕੇ ਹੀ ਅਮੀਰ ਸੀ, ਤੂੰ ਉਹਨੂੰ ਕਿੱਡਾ ਅਮੀਰ ਬਣਾ ਦਿੱਤਾ। ਕਿੰਨੀ ਦੁਨੀਆ ਤਾਈਂ ਅੱਜ ਤਾਈਂ ਉਹਨਾਂ ਦੀ ਪੂਜਾ ਹੋ ਰਹੀ ਹੈ। ਇੱਕ ਨਾਮ ਉਹਦਾ ਗਰੀਬ ਨਵਾਜ ਵੀ ਹੈ। ਜਿੰਨੇ ਵੀ ਨਾਮ ਉਹਦੇ ਰੱਖੇ ਹੋਏ ਨੇ ਨਾ, ਉਹ ਰਹੀਮ ਹੈ।
ਕਿਸੇ ਨੇ ਵੇਖਿਆ ਪਰਮਾਤਮਾ ਤੇ ਬੜੀ ਕਿਰਪਾ ਕਰਦਾ, ਜਿਹੜਾ ਉਹਦੇ ਅੱਗੇ ਰੋ ਪੈਂਦਾ ਹੈ, ਜਿਹੜਾ ਉਹਦੇ ਅੱਗੇ ਅਰਦਾਸ ਕਰ ਪੈਂਦਾ, ਉਹ ਰਹੀਮ ਵੀ ਹੈ। ਕਿਸੇ ਨੇ ਉਹਦਾ ਨਾਮ ਕਰੀਮ ਰੱਖ ਦਿੱਤਾ, ਕਿਸੇ ਨੇ ਰਾਮ ਰੱਖ ਦਿੱਤਾ, ਕਿਸੇ ਨੇ ਆਖਿਆ ਨਹੀਂ ਤੂੰ ਨਿਮਾਣਿਆਂ ਦਾ ਮਾਣ ਹੈ, ਇਹ ਕਹਿ ਦਿੱਤਾ। ਕਿਸੇ ਕਿਹਾ ਤੂੰ ਨਿਤਾਣਿਆਂ ਦਾ ਤਾਣ ਹੈ, ਜਿਨ੍ਹਾਂ ਕੋਲ ਕੋਈ ਜ਼ੋਰ ਨਹੀਂ ਤੂੰ ਉਹਨਾਂ ਦਾ ਜ਼ੋਰ ਹੈ, ਇਹ ਵੀ ਨਾਮ ਰੱਖੇ। ਜਿੰਨੇ ਵੀ ਉਹਦੇ ਨਾਮ ਰੱਖੇ ਨੇ, ਜਿਹਨੂੰ ਵੀ ਜੋ ਮਹਿਸੂਸ ਹੁੰਦਾ ਰਿਹਾ, ਆਪ ਵੀ ਜਿਵੇਂ ਜਿਵੇਂ ਬੰਦਗੀ ਦੇ ਰਾਹ ਤੋਂ ਤੁਰੋਗੇ, ਜਿਵੇਂ ਜਿਵੇਂ ਸੰਗਤ ਨੂੰ ਮਹਿਸੂਸ ਹੁੰਦਾ ਰਹੇਗਾ, ਵੈਸਾ ਹੀ ਨਾਮ ਉਹ ਪਰਮੇਸ਼ਰ ਦਾ ਰੱਖ ਲੈਂਦੇ ਹਨ। ਨਿਰਜਲ ਸਥਾਨ ਮੈਂ ਕੀਨ ਪ੍ਰਕਾਸ਼, ਬਹੁਤ ਨਰਨ ਕੀ ਪੂਰਤ ਆਸ। ਭਾਈ ਸੱਚਨ ਸੱਚ ਜੀ ਜਾਂ ਆਪਣੇ ਘਰ ਚਲੇ ਗਏ, ਬੜੇ ਲੋਕ ਉਹਨਾਂ ਦੇ ਕੋਲ ਆਉਂਦੇ ਨੇ, ਸਾਰਿਆਂ ਦੀਆਂ ਆਸਾਂ ਪੂਰੀਆਂ ਕਰੀ ਜਾਂਦੇ ਹਨ। ਸੰਕਟ ਸਹਿਤ ਜਾਏ ਡਿਗ ਜੋ, ਕੌਸ ਛੁਆਵਤ ਬਿਨ ਰਜ ਕੇ ਸੋ। ਨਾਲ ਦੀ ਨਾਲ ਕਵੀ ਜੀ ਕਹਿੰਦੇ ਨੇ ਏਡੀ ਵੱਡੀ ਕਿਰਪਾ ਹੋਈ, ਆਪਣੇ ਘਰ ਚਲਾ ਗਿਆ। ਜੇ ਕਿਸੇ ਨੂੰ ਕੋਈ ਦੁੱਖ ਹੈ ਉਹਦੇ ਦੁਆਰੇ ਤੇ ਆਉਂਦਾ ਸੀ ਨਾ, ਨਾਲੋਂ ਨਾਲ ਜਿਹੜੀ ਮਹਾਰਾਜ ਜੀ ਨੇ ਆਪਣਾ ਪਾਵਨ ਜੋੜਾ ਦਿੱਤਾ, ਉਹ ਜੋੜਾ ਉਹਦੇ ਸਿਰ ਵਿੱਚ ਲਾਉਂਦੇ ਸੀ, ਉਹਦਾ ਦੁੱਖ ਦੂਰ ਕਰ ਦਿੰਦੇ ਸਨ। ਲੋਕ ਹਜ਼ਾਰਨ ਹੀ ਚੱਲ ਆਵੇਂ, ਕਹੈ ਸਰਾਪ ਬਰਸੇ ਸਫਲਾਵੇਂ। ਬੜੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਕੋਲ ਚੱਲ ਕੇ ਆਉਂਦੇ ਸਨ। ਜਿਹੜੇ ਸਰਾਪੇ ਹੋਏ ਸਨ ਉਹ ਭਾਈ ਸੱਚਨ ਸੱਜ ਤੋਂ ਵਰ ਪ੍ਰਾਪਤ ਕਰਕੇ ਜਾਂਦੇ ਸਨ। ਮਹਿਮਾ ਮਹਾਦੇਸ ਤਿਸ ਭਈ, ਪੂਜੈ ਪਰਮ ਭਾਵਨਾ ਲਈ। ਪੂਰੇ ਦੇਸ਼ ਦੇ ਵਿੱਚ ਉਹਨਾਂ ਦੀ ਦੂਰ ਦੂਰ ਤਾਈਂ ਖਿਆਤੀ ਫੈਲ ਗਈ, ਦੂਰ ਦੂਰ ਤਾਈਂ ਲੋਕ ਉਹਨਾਂ ਨੂੰ ਜਾਣਨ ਲੱਗ ਪਏ ਔਰ ਸੋਚਦੇ ਨੇ ਅਸੀਂ ਵੀ ਜਾ ਕੇ ਉਹਨਾਂ ਤੋਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਾ ਕੇ ਆਈਏ। ਅਨੇਕ ਲੋਕ ਤਿਨ ਕੀਏ ਨਿਹਾਲ, ਕਸ਼ਟ ਮਿਟਾਏ ਆਨੰਦ ਬੇਸਾਲ। ਬੜੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਨਿਹਾਲ ਕੀਤਾ ਤੇ ਬੜਾ ਆਨੰਦ ਲੋਕਾਂ ਨੂੰ ਦਿੱਤਾ ਹੈ। ਸੇਖੋਂ ਪੁਰ ਪ੍ਰਸਿੱਧ ਹੈ ਤਬ ਲਉ, ਕੌਸ ਸਮੀਪ ਹੈ ਤਿਨ ਤਬ ਲਉ। ਕਹਿੰਦੇ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸ਼ੇਖਪੁਰਾ ਪਿੰਡ ਹੈ, ਉੱਥੇ ਅੱਜ ਤਾਈਂ ਉਹ ਮਹਾਰਾਜ ਜੀ ਦਾ ਜੋੜਾ ਪਿਆ ਹੋਇਆ ਹੈ। ਮੈਂ ਆਪ ਜੀ ਨੂੰ ਕੱਲ੍ਹ ਵੀ ਦੱਸਿਆ ਸੀ, ਹੁਣ ਵੀ ਉਹ ਜਿਹੜਾ ਆਪਣੇ ਹਰਿਆਣੇ ਦੇ ਵਿੱਚ ਵੀ ਛੱਜੂਪੁਰ ਪਿੰਡ ਇੱਕ ਧਲੇੜੀ ਹੈ, ਉੱਥੇ ਆਉਂਦਾ ਹੈ। ਅੱਜ ਵੀ ਬੜੇ ਲੋਕਾਂ ਦੇ ਉਹ ਜੋੜਾ, ਜਿਨ੍ਹਾਂ ਨੂੰ ਕੋਈ ਐਸੀ ਪ੍ਰੋਬਲਮ ਹੁੰਦੀ ਹੈ, ਕੋਈ ਐਸਾ ਪਾਗਲਪਨ ਦਾ ਐਸਾ ਕੋਈ ਦੌਰਾ ਪੈਂਦਾ ਹੈ, ਉਹਨਾਂ ਨੂੰ ਉਹ ਜੋੜਾ ਲਾਇਆ ਜਾਂਦਾ, ਜਿਹੜੇ ਅੱਜ ਵੀ ਸ਼ਰਧਾ ਭਾਵਨਾ ਦੇ ਨਾਲ ਜਾਂਦੇ ਨੇ। ਅੱਜ ਵੀ ਉਹਨਾਂ ਦੀਆਂ ਇਹ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਛੂਵਤ ਰੋਗ ਅਨੇਕ ਬਿਨਾਸੈ, ਮਹਾ ਮਹਾਤਮ ਜਗਤ ਪ੍ਰਕਾਸੈ। ਉਹ ਜੋੜੇ ਦੀ ਮਹਾਰਾਜ ਦੀ ਦਾ ਜੋੜਾ ਪਾਵਨ, ਅੱਜ ਵੀ ਕੋਈ ਉਸ ਨੂੰ ਹੱਥ ਲਾਉਂਦਾ ਹੈ, ਛੂੰਹਦਿਆਂ ਹੀ ਉਹਦੇ ਰੋਗ ਦੂਰ ਹੋ ਜਾਂਦੇ ਨੇ। ਕਿਉਂਕਿ ਸਾਧ ਸੰਗਤ ਪੀਰ ਬੁੱਧੂ ਸ਼ਾਹ ਜੀ, ਉਹਨਾਂ ਨੇ ਭਗਾਣੀ ਦੇ ਜੰਗ ਦੇ ਵਿੱਚ ਆਪਣੇ 700 ਮਰੀਦ ਤੇ ਨਾਲ ਪੁੱਤਰਾਂ ਨੂੰ ਲੈ ਕੇ, ਪੁੱਤਰ ਵੀ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਜਿਸ ਦਿਨ ਉੱਥੋਂ ਚੱਲਣ ਲੱਗੇ ਨਾ ਮਹਾਰਾਜ ਜੀ ਦੇ ਕੋਲੋਂ, ਮਹਾਰਾਜ ਕਹਿੰਦੇ ਪੀਰ ਜੀ ਤੁਹਾਨੂੰ ਕੀ ਚਾਹੀਦਾ ਮੰਗੋ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨਾ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸੀ ਤੇ ਉਹਦੇ ਵਿੱਚ ਵਾਲ ਸਨ। ਕਹਿੰਦੇ ਮਹਾਰਾਜ ਹੋਰ ਤੇ ਮੈਨੂੰ ਕੁਛ ਨਹੀਂ ਚਾਹੀਦਾ, ਆ ਜਿਹੜਾ ਤੁਸੀਂ ਕੰਘਾ ਕਰ ਰਹੇ ਹੋ ਇਹ ਹੀ ਮੈਨੂੰ ਦੇ ਦਿਓ, ਮੈਂ ਇਹਦੇ ਹੀ ਦਰਸ਼ਨ ਕਰ ਕਰਕੇ ਜਿਉਂਦਾ ਰਹਾਂਗਾ। ਸਾਧ ਸੰਗਤ ਇਹ ਪ੍ਰੇਮ ਦੀ ਖੇਡ ਹੈ, ਪ੍ਰੇਮ ਮੰਗ ਨਹੀਂ ਕਰਦਾ। ਦੇਖੋ ਕਿੱਡਾ ਪ੍ਰੇਮ, ਪੁੱਤਰ ਸ਼ਹੀਦ ਹੋਏ, ਨਾਲ ਮਰੀਦ ਸ਼ਹੀਦ ਹੋਏ ਜੰਗ ਦੇ ਵਿੱਚ, ਪਰ ਮੰਗਿਆ ਕੀ? ਮਹਾਰਾਜ ਦਾ ਕੰਘਾ। ਤੇ ਆਪਣੀ ਬੇਗਮ ਨੂੰ ਆ ਕੇ ਵਿਖਾਇਆ, ਤੇ ਬੇਗਮ ਵੀ ਬੜੇ ਬੀਬੀ ਨਸੀਰਾ ਬੜੇ ਉੱਚੇ ਸੁੱਚੇ ਸਨ, ਉਹਨਾਂ ਵੀ ਉਹਨਾਂ ਦੀ ਹਾਮੀ ਭਰੀ। ਪਰ ਵੇਖੋ ਕਿੱਡੀ ਵੱਡੀ ਗੱਲ ਹੈ, ਆਪਣੇ ਸਭ ਕੁਝ ਨਿਸ਼ਾਵਰ ਕਰਕੇ ਤੇ ਅੰਤ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਨੂੰ ਸਢੋਰੇ ਦੇ ਹਾਕਮਾਂ ਨੇ ਸ਼ਹੀਦ ਵੀ ਕੀਤਾ ਵੀ ਤੂੰ ਕਾਫਰ ਦਾ ਸਾਥ ਦਿੱਤਾ। ਸੋ ਸਾਧ ਸੰਗਤ ਗੁਰੂ ਦੇ ਜਿਹੜੇ ਬਖਸ਼ਿਸ਼ਾਂ ਨੇ, ਗੁਰੂ ਦੀਆਂ ਵਸਤੂਆਂ ਨੇ, ਪਰ ਜਿਨ੍ਹਾਂ ਜਿਹੜੇ ਨਾਮ ਜਪਣ ਵਾਲੇ ਜਿਹੜੀਆਂ ਵੀ ਚੀਜ਼ਾਂ ਨੂੰ ਹੱਥ ਲਾਉਂਦੇ ਨੇ, ਜਿੱਥੇ ਉਹ ਕਦਮ ਰੱਖਦੇ ਨੇ, ਉਹ ਸਾਰੀਆਂ ਦੀਆਂ ਸਾਰੀਆਂ ਥਾਵਾਂ ਵੀ
ਪਵਿੱਤਰ ਹੋ ਜਾਂਦੀਆਂ ਹਨ। ਜਿਸ ਜਿਸ ਪਰ ਗੁਰ ਕਿਰਪਾ ਕਰੀ ਭਏ ਨਿਹਾਲ ਅਵਿਦਿਆ ਹਰੀ। ਜਿਹਦੇ ਜਿਹਦੇ ਤੇ ਵੀ ਗੁਰੂ ਨੇ ਕਿਰਪਾ ਕੀਤੀ ਉਹ ਨਿਹਾਲ ਹੋ ਗਏ, ਉਹਨਾਂ ਦੀ ਅਗਿਆਨਤਾ ਗੁਰੂ ਨੇ ਦੂਰ ਕਰ ਦਿੱਤੀ ਹੈ। ਦੋਹ ਲੋਕਾਂ ਕੀ ਲਹਿ ਵਡਿਆਈ ਕਰੇ ਸੋ ਲੀਨ ਸੰਗ ਸਮੁਦਾਈ। ਇਸ ਕਰਕੇ ਉਹਨਾਂ ਨੂੰ ਦੋਵਾਂ ਲੋਕਾਂ ਦੀ ਵਡਿਆਈ ਮਿਲ ਜਾਂਦੀ ਹੈ, ਜਿਹਨੂੰ ਕਹਿੰਦੇ ਨੇ ਗੁਰਬਾਣੀ 'ਚ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਜਿਹੜੇ ਪ੍ਰਭੂ ਦਾ ਨਾਮ ਜਪਦੇ ਨੇ, ਪ੍ਰਭੂ ਦੀ ਬੰਦਗੀ ਕਰਦੇ ਨੇ, ਉਹਨਾਂ ਦਾ ਇਹ ਲੋਕ ਵੀ ਸਹੇਲਾ ਹੋ ਜਾਂਦਾ ਹੈ, ਪਰਲੋਕ ਤੇ ਸੁਹੇਲਾ ਹੋਣਾ ਹੀ ਹੈ। ਜਿਹਨੂੰ ਬਾਣੀ ਕਹਿੰਦੀ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਜਿੰਨੀ ਜਿੰਨੀ ਵੀ ਉਹਦੀ ਇੱਛਾ ਹੁੰਦੀ ਹੈ ਗੁਰੂ ਤੋਂ ਜੋ ਵੀ ਪ੍ਰਾਪਤ ਕਰਨ ਦੀ, ਨਾਮ ਜਪਣ ਵਾਲੇ ਨੂੰ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ। ਜਿਹਨੂੰ ਗੁਰਬਾਣੀ ਕਹਿੰਦੀ ਜੋ ਮੰਗਹਿ ਠਾਕੁਰ ਆਪਣੇ ਤੇ। ਇਹ ਕਿੱਡੀ ਵੱਡੀ ਮਹਾਰਾਜ ਨੇ ਸ਼ਬਦ ਵਰਤੇ। ਪਹਿਲਾਂ ਇਹ ਤੇ ਕਹੀਏ ਪਰਮਾਤਮਾ ਸਾਡਾ ਠਾਕੁਰ ਹੈ, ਇਹ ਤੇ ਕਹੀਏ ਪਹਿਲਾਂ, ਇਹ ਤੇ ਕਹੀਏ ਮੈਨੂੰ ਦੇਣ ਵਾਲਾ ਪਰਮਾਤਮਾ ਹੈ। ਮਨੁੱਖ ਕਿਤੇ ਇਹ ਦ੍ਰਿੜ ਕਰ ਲਵੇ ਦਾਤਾਂ ਦੇਣ ਵਾਲਾ ਪਰਮਾਤਮਾ ਹੈ, ਫਿਰ ਪਰਮਾਤਮਾ ਦਿੰਦਿਆਂ ਦੇਰ ਵੀ ਨਹੀਂ ਲਾਉਂਦਾ। ਬਾਣੀ ਕਹਿੰਦੀ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਜੋ ਨਾਮ ਜਪਣ ਵਾਲਾ ਆਪਣੇ ਸੇਵਕ ਆਪਣੇ ਠਾਕੁਰ ਨੂੰ ਕਹਿੰਦਾ ਰਹਿੰਦਾ ਹੈ ਉਹ ਮੈਨੂੰ ਮਿਲਦਾ ਰਹਿੰਦਾ। ਭਗਤ ਧੰਨਾ ਜੀ ਪਰਮਾਤਮਾ ਦੀ ਬੰਦਗੀ ਕੀਤੀ ਔਰ ਗੁਰਬਾਣੀ 'ਚ ਸ਼ਬਦ ਆਉਂਦਾ ਹੈ ਉਹਨਾਂ ਨੇ ਸਾਰਾ ਕੁਝ ਹੀ ਰੱਬ ਤੋਂ ਮੰਗ ਲਿਆ। ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਪੰਨੀਆਂ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ। ਨਾਲ ਕਿਆ ਪਰਮਾਤਮਾ ਦੁੱਧ ਵਾਸਤੇ ਗਊ ਵੀ ਦੇ, ਗਊ ਭੈਂਸ ਮੰਗੋ ਲਾਵੇਰੀ। ਇੱਕ ਤਾਜਨ ਤੁਰੀ ਚੰਗੇਰੀ। ਮਾਂ ਪਰਮਾਤਮਾ ਇੱਕ ਮੈਨੂੰ ਘੋੜੀ ਵੀ ਦੇ। ਉਦੋਂ ਗੱਡੀਆਂ ਨਹੀਂ ਸੀ ਹੁੰਦੀਆਂ ਘੋੜੀਆਂ। ਪਰਮਾਤਮਾ ਇੱਕ ਘੋੜੀ ਵੀ ਦੇ, ਤੇਰਾ ਭਗਤ ਬੈਠ ਕੇ ਜਾਏ, ਲੋਕੀ ਕਹਿਣ ਪਰਮਾਤਮਾ ਦਾ ਭਗਤ ਤੁਰਿਆ ਆਉਂਦਾ। ਗੋ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਪਰਮਾਤਮਾ ਇਸ ਕਰਕੇ ਮੈਨੂੰ ਇੱਕ ਘਰ ਵਾਲੀ ਵੀ ਦੇਣੀ ਜਿਹੜੀ ਮੇਰੇ ਨਾਲ ਲੜੇ ਨਾ, ਐਸੀ ਦਈ। ਐਸਾ ਉਹਨਾਂ ਨੇ ਕਿਹਾ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਸਾਰੀਆਂ ਵਸਤੂਆਂ ਹੀ ਉਹਨਾਂ ਪਰਮਾਤਮਾ ਕੋਲੋਂ ਮੰਗੀ, ਕਿਉਂਕਿ ਭਗਤ ਜਿਹੜਾ ਹੁੰਦਾ ਹੈ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਉਹਦੇ ਤੇ ਪਰਮਾਤਮਾ ਦੇ ਵਿੱਚ ਕੋਈ ਵੀ ਫਰਕ ਨਹੀਂ ਰਹਿੰਦਾ ਹੈ। ਤਪ ਜੋਗ ਤਪ ਜਪ ਜੋਗ ਜਗੈ ਬ੍ਰਤ ਦਾਨੂ ਗੁਰ ਸੇਵਾ ਕੇ ਹਵੈ ਨਾ ਸਮਾਨੂ। ਮਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਦੁਨੀਆ ਤੇ ਤਪ ਯੋਗ ਜਪ ਕੋਈ ਵੀ ਯੋਗ ਪਰਮੇਸ਼ਰ ਦੇ ਨਾਮ ਤੋਂ ਵੱਡਾ ਨਹੀਂ ਹੈ। ਕੋਈ ਵੀ ਦਾਨ ਪਰਮੇਸ਼ਰ ਦੇ ਨਾਮ ਤੋਂ ਵੱਡਾ ਨਹੀਂ ਹੈ। ਮੈਂ ਆਪ ਜੀ ਨੂੰ ਪਹਿਲਾਂ ਕਿਹਾ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਮਹਾਰਾਜ ਗੁਰਬਾਣੀ ਵਿੱਚ ਇਹੀ ਕਹਿੰਦੇ ਨੇ, ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੇ ਕਿਤੇ ਪਰਮੇਸ਼ਰ ਦਾ ਨਾਮ ਜਪ ਲਏ ਮਨੁੱਖ 68 ਤੀਰਥਾਂ ਦਾ ਫਲ, 68 ਤੀਰਥ ਸਗਲ ਪੁੰਨ, ਜਿੰਨੇ ਵੀ ਪੁੰਨ ਨੇ ਦੁਨੀਆ ਤੇ ਸਿਰਫ ਨਾਮ ਜਪਣ ਦੇ ਨਾਲ ਉਹ ਸਾਰੇ ਹੀ ਹਾਸਲ ਹੋ ਜਾਂਦੇ ਹਨ। ਜਿਨ ਕੇ ਬੜੇ ਭਾਗ ਜਗ ਜਾਗੇ ਸੋ ਸਤਿਗੁਰ ਕੀ ਸੇਵਾ ਲਾਗੇ। ਸਾਧ ਸੰਗਤ ਇਹ ਗੱਲ ਉਹ ਕਹਿ ਰਹੇ ਨੇ ਜਦੋਂ ਮਨੁੱਖ ਦੇ ਭਾਗ ਜਾਗਦੇ ਨੇ, ਕਿਉਂਕਿ ਸਤ ਸੰਗਤ ਇਵੇਂ ਨਹੀਂ ਮਿਲਦੀ। ਗੁਰੂ ਦਾ ਨਾਮ ਵੀ ਮਨੁੱਖ ਤੋਂ ਇਵੇਂ ਨਹੀਂ ਜਪਿਆ ਜਾਂਦਾ, ਪਰਮੇਸ਼ਰ ਦਾ ਨਾਮ ਵੀ ਉਹ ਤੋਂ ਹੀ ਜਪਿਆ ਜਾਂਦਾ ਜਦੋਂ ਵੱਡੇ ਭਾਗ ਬਣਦੇ ਨੇ। ਜੇ ਕਿਤੇ ਪਰਮਾਤਮਾ ਦੀ ਕਿਰਪਾ ਹੋ ਜਾਏ ਤਾਂ ਜਾ ਕੇ ਸਤ ਸੰਗਤ ਨਸੀਬ ਹੁੰਦੀ ਹੈ। ਔਰ ਸਤ ਸੰਗਤ ਵਿੱਚ ਸੁਣਨ ਦੇ ਨਾਲ ਬਹਿਣ ਦੇ ਨਾਲ ਰੋਜ਼-ਰੋਜ਼ ਅੰਦਰ ਉਪਾਸਨਾ ਦ੍ਰਿੜ ਹੁੰਦੀ ਹੈ। ਰੋਜ਼-ਰੋਜ਼ ਗੁਰੂ ਦਾ ਨਾਮ ਜਪਣ ਨੂੰ ਦਿਲ ਕਰਦਾ ਹੈ। ਫਿਰ ਜਿਵੇਂ ਜਿਵੇਂ ਨਾਮ ਮਨੁੱਖ ਜਪਦਾ ਹੈ ਅੰਦਰੋਂ ਗਿਆਨ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜਦੋਂ ਭਾਗ ਜਗਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਝੋਟਾ ਖਾਵੈ, ਵਿਣ ਭਾਗਾ ਸਤ ਸੰਗ ਨਾ ਲੱਭੈ। ਵਿਣਾ ਭਾਗਾ ਤੋਂ ਨਹੀਂ, ਵਿਣ ਸੰਗਤ ਮੈਲ ਭਰੀਜੈ। ਬਿਨਾਂ ਸੰਗਤ ਤੋਂ, ਕਿਉਂਕਿ ਸਾਰਾ ਦਿਨ ਮਨੁੱਖ ਦੁਨੀਆ ਦੀ ਸੰਗਤ ਕਰਦਾ ਹੈ ਔਰ ਮਨੁੱਖ ਰੱਬ ਵਾਲੇ ਪਾਸੇ ਤਾਂ ਵੀ ਨਹੀਂ ਜ਼ਿਆਦਾ ਲੱਗਦਾ,
ਕਿਉਂਕਿ ਜਿਹੋ ਜਿਹਾ ਲੋਕਾਂ ਨਾਲ ਰਹਿੰਦਾ ਹੈ ਉਹੋ ਜਿਹੀ ਉਹਦੀ ਸੋਚ ਬਣ ਜਾਂਦੀ। ਹੁਣ ਦੁਨੀਆ ਦੇ ਵਿੱਚ ਕੋਈ ਨਾਮ ਜਪਣ ਵਾਲੇ ਬਹੁਤੇ ਥੋੜ੍ਹੀ ਨਾ ਨੇ, ਥੋੜ੍ਹੇ ਨੇ, ਕਿਉਂਕਿ ਜਪਣ ਵਾਲਿਆਂ ਦੀ ਭੀੜ ਨਹੀਂ ਹੁੰਦੀ, ਦੁਨੀਆ ਦੀ ਭੀੜ ਹੁੰਦੀ ਹੈ। ਇਸ ਕਰਕੇ ਕਹਿੰਦੇ ਨੇ ਜਿਨ੍ਹਾਂ ਦੇ ਭਾਗ ਵੱਡੇ ਹੋ ਜਾਂਦੇ ਨੇ ਉਹ ਗੁਰੂ ਦੇ ਦਰ 'ਤੇ ਆ ਕੇ ਗੁਰੂ ਦੇ ਨਾਲ ਜੁੜਦੇ ਹਨ। ਇਸ ਪ੍ਰਕਾਰ ਗੁਰੂ ਕੋ ਜਸ ਫੈਲਾ, ਸੁਣ ਸੁਣ ਆਏ ਦਰਸ ਹਿਤ ਗੈਲਾ। ਐਵੇਂ ਕਹਿੰਦਿਆਂ ਕਿਉਂਕਿ ਗੁਰੂ ਜੀ ਦਾ ਜਸ ਜਿਹੜਾ ਹੈ ਬੜੀ ਦੂਰ ਤਾਈਂ ਫੈਲ ਗਿਆ ਹੈ। ਲੋਕ ਅਨੇਕ ਕਾਮਨਾ ਧਾਰੈ, ਸਭ ਪਾਵਤ ਜਬ ਰੂਪ ਨਿਹਾਰੈ। ਅਨੇਕਾਂ ਹੀ ਲੋਕ ਆਪਣੇ ਮਨ ਦੇ ਵਿੱਚ ਇੱਛਾਵਾਂ ਕਰਕੇ ਆਉਂਦੇ ਨੇ, ਜਿਹੜੀ ਉਹ ਇੱਛਾ ਕਰਦੇ ਨੇ ਗੁਰੂ ਦਾ ਦਰਸ਼ਨ ਕਰਦਿਆਂ ਉਹ ਇੱਛਾਵਾਂ ਪ੍ਰਾਪਤ ਕਰ ਲੈਂਦੇ ਹਨ। ਗ੍ਰਾਮ ਪੂਰਨ ਕੇ ਲੋਕ ਕਨੇਰੇ, ਆਵਤ ਦਰਸੈ ਭਾਗ ਵਡੇਰੇ। ਬੜੇ ਪਿੰਡਾਂ ਦੇ ਨਗਰਾਂ ਦੇ ਲੋਕ ਇਕੱਠੇ ਹੋ ਕੇ ਆਉਂਦੇ ਨੇ ਤੇ ਆ ਕੇ ਮਹਾਰਾਜ ਜੀ ਦਾ ਦਰਸ਼ਨ ਕਰਦੇ ਹਨ। ਲੱਗਹਿ ਦੀਵਾਨ ਮਹਾਨ ਮਹੇਸ਼, ਸੰਗਤ ਨਿਤ ਪ੍ਰਤ ਆਏ ਵਿਸ਼ੇਸ਼। ਜਿਵੇਂ ਅੱਜ ਦੀਵਾਨ ਲੱਗ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ, ਇਵੇਂ ਮਹਾਰਾਜ ਜੀ ਦੇ ਟਾਈਮ ਬੜੇ ਵੱਡੇ ਦੀਵਾਨ ਲੱਗਦੇ, ਸੰਗਤ ਆਉਂਦੀ ਸੀ, ਪਰਮਾਤਮਾ ਦੀ ਗੱਲ, ਪਰਮਾਤਮਾ ਦਾ ਕੀਰਤਨ ਹੋਇਆ ਕਰਦਾ ਸੀ। ਉੱਤਮ ਬ੍ਰਿੰਦ ਉਪਾਇਨ ਲਿਆਵੈ, ਅੰਗੀਕਾਰ ਨਾ ਹੋਏ ਹਟਾਵੈ। ਲੋਕ ਬੜੀਆਂ ਮਹਿੰਗੀਆਂ ਭੇਟਾਵਾਂ ਲੈ ਕੇ ਆਉਂਦੇ ਸਨ, ਮਹਾਰਾਜ ਲੈਂਦੇ ਨਹੀਂ ਸਨ, ਥੋੜ੍ਹੀਆਂ ਬਹੁਤੀਆਂ ਅੰਗੀਕਾਰ ਕਰਦੇ ਸਨ, ਬਾਕੀਆਂ ਦੇ ਦਿੰਦੇ ਸਨ। ਜੇ ਤੱਕ ਦੇਖ ਵਿਖੈ ਲਗ ਜਾਏ, ਗ੍ਰਹਿਣ ਕਰੈ ਸੋ ਨਰ ਧਨ ਖਾਏ। ਜਿੰਨੇ ਵੀ ਲੋਕ ਲੰਗਰ ਦੀ ਲੋੜ ਵਾਸਤੇ ਜਿੰਨੀ ਵੀ ਲਿਆਉਂਦੇ ਸਨ ਮਾਇਆ ਭੇਟਾ ਉਹ ਰੱਖ ਲੈਂਦੇ ਸਨ। ਲੋਕੀ ਉੱਥੇ ਆ ਕੇ ਫਿਰ ਸੰਗਤ ਲੰਗਰ ਛਕਿਆ ਕਰਦੀ ਸੀ। ਲੰਗਰ ਚੱਲੈ ਅਤੋਟ ਵਿਸਾਲਾ, ਹੋਵਣ ਲੱਗੈ ਪ੍ਰਾਤ ਹੀ ਕਾਲਾ। ਸਵੇਰ ਤੋਂ ਲੈ ਕੇ ਲੰਗਰ ਚੱਲ ਪੈਂਦਾ ਸੀ, ਲੋਕੀ ਸਵੇਰ ਤੋਂ ਹੀ ਆ ਕੇ ਲੰਗਰ ਛਕਣਾ ਸ਼ੁਰੂ ਕਰ ਦਿੰਦੇ ਸਨ। ਜਬ ਹੈ ਤਯੋਸ ਆਵੇ ਮਦ ਯਾਨ, ਤਬ ਸਤਿਗੁਰ ਪਹੁੰਚੈ ਹਿਤ ਖਾਨ। ਜਿਵੇਂ ਦੁਪਹਿਰ ਦਾ ਟਾਈਮ ਹੁੰਦਾ ਸੀ ਮਹਾਰਾਜ ਜੀ ਵੀ ਲੰਗਰ ਛਕਣ ਵਾਸਤੇ ਚਲੇ ਜਾਇਆ ਕਰਦੇ ਸਨ। ਅੰਚਹਿ ਉਗਰਾ ਹੋਏ ਅਲੂਣਾ, ਸੋ ਪੀ ਤਨਕ ਉਦਰ ਹਰ ਊਣਾ। ਮਹਾਰਾਜ ਜੀ ਆਪ ਲੂਣ ਤੋਂ ਬਿਨਾ ਦਲੀਆ ਖਾਂਦੇ ਸਨ। ਉਹ ਵੀ ਮਹਾਰਾਜ ਇਹ ਨਹੀਂ ਪੂਰਾ, ਕਹਿੰਦੇ ਇੰਨਾ ਕੁ ਖਾਂਦੇ ਸਨ ਜਿੰਨੀ ਪੇਟ ਦੇ ਵਿੱਚ ਜਗ੍ਹਾ ਫਿਰ ਵੀ ਬਚ ਜਾਏ, ਕਿਉਂਕਿ ਮਨੁੱਖ ਜਿਉਂ-ਜਿਉਂ ਲੰਗਰ ਛਕਦਾ ਹੈ, ਕਈ ਵਾਰੀ ਮਨੁੱਖ ਰਾਤ ਨੂੰ ਬਹੁਤ ਜ਼ਿਆਦਾ ਲੰਗਰ ਛਕ ਲੈਂਦਾ ਹੈ, ਫਿਰ ਉਹ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ, ਕਿਉਂਕਿ ਜਿਹੜਾ ਪ੍ਰਸ਼ਾਦਾ ਇਹ ਵੀ ਇੱਕ ਨਸ਼ਾ ਹੈ। ਇਸ ਕਰਕੇ ਜੇ ਬੰਦਗੀ ਕਰਨੀ ਹੈ, ਪਰਮੇਸ਼ਰ ਦਾ ਨਾਮ ਜਪਣਾ, ਲੋੜ ਦੇ ਅਨੁਸਾਰ ਖਾਦਾ ਜਾਏ। ਜੇ ਮਨੁੱਖ ਜੀਭ ਦੇ ਅਨੁਸਾਰ ਖਾਏਗਾ ਫਿਰ ਸਰੀਰ ਬਿਮਾਰ ਹੋ ਜਾਏਗਾ। ਔਰ ਦੁਨੀਆ ਜੀਭ ਦੇ ਅਨੁਸਾਰ ਖਾਂਦੀ ਹੈ, ਲੋੜ ਦੇ ਅਨੁਸਾਰ ਨਹੀਂ। ਲੋਕ ਜੀਭ ਦੇ ਅਨੁਸਾਰ ਖਾਂਦੇ ਨੇ। ਵਿਆਹਾਂ ਵਿੱਚ ਵੇਖਿਆ ਜਾਂਦਾ ਹੈ ਮਨੁੱਖ ਵੱਧ ਤੋਂ ਵੱਧ ਖਾਈ ਜਾਂਦਾ, ਸਭ ਕੁਝ ਹੀ ਖਾਈ ਜਾਂਦਾ, ਉਨੀ ਉਹਨੂੰ ਲੋੜ ਨਹੀਂ ਜਿੰਨਾ ਉਹ ਛਕ ਲੈਂਦਾ। ਇਸ ਕਰਕੇ ਅਗਰ ਮਨੁੱਖ ਲੋੜ ਦੇ ਅਨੁਸਾਰ ਛਕੇ, ਕਿਉਂਕਿ ਸਰੀਰ ਦੀ ਇੱਕ ਮਰਿਆਦਾ ਹੈ, ਸਰੀਰ ਦੀ ਇੱਕ ਮਰਿਆਦਾ ਬਣੀ ਹੋਈ ਹੈ, ਇੱਕ ਹੁਕਮ ਹੈ, ਜੇ ਲੋੜ ਤੋਂ ਜ਼ਿਆਦਾ ਇਹਦੇ ਵਿੱਚ ਜਾਏਗਾ ਇਹ ਵੀ ਸਹਿਣ ਨਹੀਂ ਕਰ ਪਾਉਂਦਾ, ਬਿਮਾਰ ਹੋ ਜਾਂਦਾ। ਜਿਵੇਂ ਬਾਹਰ ਦੀਆਂ ਮਰਿਆਦਾਵਾਂ ਬਣੀਆਂ ਨੇ, ਸਰੀਰ ਦੀ ਆਪਣੀ ਮਰਿਆਦਾ ਹੈ। ਇਸ ਕਰਕੇ ਮਹਾਰਾਜ ਉਨਾ ਕੁ ਪ੍ਰਸ਼ਾਦਾ ਛਕਦੇ ਹਨ ਜਿੰਨੀ ਕਿ ਜ਼ਰੂਰਤ ਹੈ। ਸੰਗਤ ਖਟ ਰਸ ਖਾਏ ਆਹਾਰਾ, ਮਧੁਰ ਤੁਲਸ ਜੇ ਅਨੇਕ ਪ੍ਰਕਾਰਾ। ਮਹਾਰਾਜ ਜੀ ਤੇ ਲੂਣ ਤੋਂ ਬਿਨਾਂ ਦਲੀਆ ਛਕਦੇ ਹੁੰਦੇ ਸਨ। ਬਾਕੀ ਜਿਹੜੀ ਸੰਗਤ ਹੈ ਉਹਨਾਂ ਵਾਸਤੇ ਹੋਰ ਵੀ ਵਸਤੂਆਂ ਬਣਾਈਆਂ ਜਾਂਦੀਆਂ ਸਨ। ਤਬ ਤੇ ਲੰਗਰ ਵਰਤਤ ਰਹਿ, ਆਨ ਅੰਚਹਿ ਭੋਜਨ ਜੋ ਚਹੈ। ਉਦੋਂ ਤੋਂ ਲੈ ਕੇ ਲੰਗਰ ਚੱਲਦਾ ਰਿਹਾ, ਜਿਹੜਾ ਵੀ ਆਉਂਦਾ ਹੈ ਲੰਗਰ ਵਿੱਚ ਬੈਠਦਾ ਹੈ, ਲੰਗਰ ਛਕ ਕੇ ਚਲਾ ਜਾਂਦਾ ਹੈ। ਨਹਿ ਕਿਸਹੂ ਹਟ ਕਾਰਨ ਹੋਏ, ਦੇਸ ਵਿਦੇਸੀ ਲਹਿ ਸਭ ਕੋਏ। ਕਿਸੇ ਨੂੰ ਢਾਇਆ ਨਹੀਂ ਸੀ ਜਾਂਦਾ, ਭਾਵੇਂ ਕੋਈ ਉੱਥੋਂ ਦਾ ਰਹਿਣ ਵਾਲਾ ਹੈ, ਭਾਵੇਂ ਕੋਈ ਵਿਦੇਸ਼ 'ਚੋਂ ਆਉਂਦਾ ਹੈ। ਹਰੇਕ ਕਿਸੇ ਨੂੰ ਕਿਹਾ ਸੀ ਭਾਈ ਸਭ ਨੂੰ ਲੰਗਰ ਛਕਾਉਣਾ, ਕਿਸੇ ਨੂੰ ਵੀ ਢਾਉਣਾ ਨਹੀਂ ਹੈ। ਜਹੈ ਕਹੈ ਸੁਜਸ ਵਿਸਾਲ ਪ੍ਰਕਾਸ਼ਾ, ਸਿੱਖਨ ਮਨ ਮਹਿ ਹੋਤ ਹੁਲਾਸਾ। ਬੜੀ ਦੂਰ ਤੋਂ ਹੀ ਮਹਾਰਾਜ ਜੀ ਦਾ ਜਸ ਫੈਲਦਾ ਗਿਆ,
ਜਿਹੜੇ ਸਿੱਖ ਨੇ, ਗੁਰੂ ਜੀ ਦੇ ਜਿਹੜੇ ਸਿੱਖ ਨੇ, ਉਹ ਬੜੇ ਹੀ ਖੁਸ਼ ਹੁੰਦੇ ਹਨ। श्री अंगद को सुत सुन करके जरै नहीं जावत जर बरकै। ਕਹਿੰਦੇ ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਦੇ ਜਿਹੜੇ ਸਪੁੱਤਰ ਨੇ ਭਾਈ ਦਾਤੂ ਜੀ, ਉਹਨਾਂ ਤੋਂ ਜਰਿਆ ਨਹੀਂ ਜਾਂਦਾ। ਕਿਉਂਕਿ ਜਰਿਆ ਵੀ ਕਿਵੇਂ ਜਾਏ, ਕਿਉਂਕਿ ਉਹ ਇਹ ਸੋਚਦੇ ਸਨ ਇਹ ਗੁਰਤਾ ਗੱਦੀ ਤੇ ਸਾਡੇ ਘਰ ਦੀ ਹੈ। ਇਸ ਅਭਿਮਾਨ ਦੇ ਵਿੱਚ ਉਹਨਾਂ ਤੋਂ ਮਹਾਰਾਜ ਜੀ ਦਾ ਇਹ ਜਸ ਜਰਿਆ ਨਹੀਂ ਜਾ ਰਿਹਾ ਹੈ। हमरे घर की एहो वड्याई हमको क्यों ना होए सुखदाई। ਕਹਿੰਦੇ ਨੇ ਇਹ ਤੇ ਸਾਡੇ ਘਰ ਦੀ ਗੱਦੀ ਸੀ, ਇਹ ਤੇ ਦੂਜਾ ਲੈ ਗਿਆ। ਕਿਉਂਕਿ ਸਾਧ ਸੰਗਤ ਜਿਹੜੀਆਂ ਗੱਦੀਆਂ ਹੁੰਦੀਆਂ ਨੇ ਇਹ ਤੇ ਘਾਲਣਾ ਵਾਲਿਆਂ ਨੂੰ ਮਿਲਦੀਆਂ ਨੇ, ਪਰਿਵਾਰ ਦੀਆਂ ਨਹੀਂ ਹੁੰਦੀਆਂ ਗੱਦੀਆਂ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਦਿਨ ਗੁਰਤਾ ਗੱਦੀ ਦਿੱਤੀ, ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਸਾਨੂੰ ਭੁੱਖੇ ਮਾਰਨਾ, ਅਸੀਂ ਤੁਹਾਡੇ ਪੁੱਤਰ ਹਾਂ, ਸਾਨੂੰ ਕਿਉਂ ਨਹੀਂ ਦਿੰਦੇ। ਮਹਾਰਾਜ ਜੀ ਕਹਿੰਦੇ ਨੇ ਅਸਲ ਦੇ ਵਿੱਚ ਪੁੱਤਰ ਤੇ ਉਹ ਹੁੰਦਾ ਜਿਹੜਾ ਗੱਲ ਮੰਨੇ, ਉਹ ਹੁੰਦਾ ਪੁੱਤਰ। ਮੇਰਾ ਪੁੱਤਰ ਤੇ ਭਾਈ ਲੈਣਾ ਹੈ ਜਿਹਨੇ ਗੱਲ ਮੰਨੀ ਹੈ, ਜਿਹੜਾ ਗੱਲਾਂ ਮੰਨ ਕੇ ਅੱਜ ਪਰਮੇਸ਼ਰ ਦਾ ਮੇਰਾ ਹੀ ਰੂਪ ਹੋ ਗਿਆ। ਅੱਜ ਮੇਰੇ ਤੇ ਲੈਣੇ ਵਿੱਚ ਫਰਕ ਕੋਈ ਨਹੀਂ। ਸਾਧ ਸੰਗਤ ਗੁਰੂ ਦੇ ਨਾਲ ਸਾਡਾ ਰਿਸ਼ਤਾ ਆਵਾਜ਼ ਦਾ ਹੁੰਦਾ ਹੈ, ਸ਼ਬਦਾਂ ਦਾ ਹੁੰਦਾ ਹੈ, ਕੋਈ ਪਰਿਵਾਰਕ ਰਿਸ਼ਤਾ ਨਹੀਂ ਹੁੰਦਾ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਆਪਣੇ ਪੁੱਤਰਾਂ ਦੇ ਨਾਲ ਬਿੰਦ ਦਾ ਰਿਸ਼ਤਾ ਹੈ, ਪਰਿਵਾਰ ਦਾ ਰਿਸ਼ਤਾ ਹੈ, ਭਾਈ ਲਹਿਣੇ ਦੇ ਨਾਲ ਆਵਾਜ਼ ਦਾ ਰਿਸ਼ਤਾ ਹੈ, ਬੋਲਾਂ ਦਾ ਰਿਸ਼ਤਾ ਹੈ। ਪਰ ਵੇਖੋ ਮਹਾਰਾਜ ਜੀ ਨੇ ਉਸ ਦਿਨ ਹੀ ਇਸ ਚੀਜ਼ ਨੂੰ ਚਲਾ ਦਿੱਤਾ। ਕਹਿੰਦੇ ਭਾਈ ਜਿਹੜਾ ਵੀ ਸਿੱਖ ਬਣੇਗਾ, ਅਸਲ ਦੇ ਵਿੱਚ ਮੈਂ ਆਪ ਜੀ ਨੂੰ ਕਈ ਵਾਰੀ ਇਹ ਗੱਲ ਕਹੀ ਹੈ, ਹਿੰਦੂ ਦੇ ਘਰ ਜਨਮ ਲੈਣ ਵਾਲਾ ਹਿੰਦੂ ਨਹੀਂ ਹੁੰਦਾ, ਮੁਸਲਮਾਨ ਦੇ ਘਰ ਜਨਮ ਲੈਣ ਵਾਲਾ ਮੁਸਲਮਾਨ ਨਹੀਂ ਹੁੰਦਾ, ਸਿੱਖ ਦੇ ਘਰ ਜਨਮ ਲੈਣ ਵਾਲਾ ਸਿੱਖ ਨਹੀਂ ਹੁੰਦਾ। ਸਿੱਖ ਉਹ ਹੈ ਜਿਹੜਾ ਗੁਰੂ ਦੀ ਗੱਲ ਮੰਨੇ, ਉਹ ਕੋਈ ਵੀ ਹੋ ਸਕਦਾ। ਮੁਸਲਮਾਨ ਉਹ ਹੈ ਜਿਹੜਾ ਪੈਗੰਬਰ ਦੀ ਗੱਲ ਤੇ ਤੁਰੇ, ਪੈਗੰਬਰ ਦੀ ਗੱਲ ਨੂੰ ਮੰਨੇ। ਉਵੇਂ ਵੰਸ਼ਵਾਦ ਦੇ ਵਿੱਚ, ਪਰਿਵਾਰਵਾਦ ਦੇ ਵਿੱਚ ਕੋਈ ਸਿੱਖ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ। ਸਿਰਫ ਜਨਮ ਲੈਣ ਦੇ ਨਾਲ ਕੋਈ ਹਿੰਦੂ ਨਹੀਂ ਬਣ ਜਾਂਦਾ। ਆਪਾਂ ਜਿਵੇਂ ਕਹਿ ਸਕਦੇ ਹਾਂ ਇੱਕ ਡਾਕਟਰ ਦੇ ਘਰ ਜਨਮ ਲੈਣ ਵਾਲਾ ਡਾਕਟਰ ਨਹੀਂ ਹੁੰਦਾ, ਇੱਕ ਵਕੀਲ ਦੇ ਘਰ ਜਨਮ ਲੈਣ ਵਾਲਾ ਵਕੀਲ ਨਹੀਂ ਹੁੰਦਾ। ਜੇ ਵਕੀਲੀ ਕਰਨੀ ਹੈ ਉਨੀ ਪੜ੍ਹਾਈ ਕਰਨੀ ਪੈਂਦੀ ਹੈ। ਜੇ ਗੁਰੂ ਦਾ ਸਿੱਖ ਬਣਨਾ ਹੈ, ਗੁਰੂ ਦੇ ਵਚਨ ਮਨੁੱਖ ਨੂੰ ਕਮਾਣੇ ਪੈਂਦੇ ਨੇ। ਪਰ ਭਾਈ ਦਾਤੂ ਬੜੇ ਸ਼ੌਕ ਦੇ ਵਿੱਚ ਆਇਆ, ਜਲ ਬਲ ਗਿਆ, ਕਹਿੰਦਾ ਵਡਿਆਈ ਸਾਡੀ ਹੈ, ਗੱਦੀ ਸਾਡੇ ਘਰ ਦੀ ਹੈ, ਲੈ ਇਸ ਨੂੰ ਕੋਈ ਬਾਹਰ ਦਾ ਗਿਆ ਹੈ। ਸ਼੍ਰੀ ਅੰਗਦ ਬੈਕੁੰਠ ਪਧਾਰੇ ਕਰੀ 13ਵੀਂ ਜਗ੍ਹਾ ਪਿਛਾਰੇ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬੈਕੁੰਠ ਨੂੰ ਸਿਧਾਰ ਗਏ ਹਨ। ਬੂਟੇ ਔਰ ਵਿਚਾਰ ਕਰਨੀਕਾ ਦੀਨਸ ਅਮਰ ਗੁਰੂ ਕਹੋ ਟੀਕਾ। ਬਾਬਾ ਬੁੱਢਾ ਸਾਹਿਬ ਜੀ ਨੇ ਵਿਚਾਰ ਕਰਕੇ ਜਿਹੜਾ ਗੁਰਤਾ ਗੱਦੀ ਦਾ ਤਿਲਕ ਹੈ ਗੁਰੂ ਅਮਰਦਾਸ ਜੀ ਨੂੰ ਦੇ ਦਿੱਤਾ ਹੈ। ਦਾਤੂ ਨੇ ਨਿਜ ਬਲ ਕੋ ਧਾਰੇ ਲੈ ਸਭ ਤੇ ਬਾਂਧੀ ਦਸਤਾਰੇ। ਪਰ ਦਾਤੂ ਨੇ ਕੀ ਕੀਤਾ, ਜਿਹੜੀ ਪਗੜੀ ਬਾਬਾ ਬੁੱਢਾ ਸਾਹਿਬ ਜੀ ਦੇ ਰਹੇ ਸਨ, ਦਸਤਾਰ ਦੇ ਰਹੇ ਸਨ ਗੁਰੂ ਅਮਰਦਾਸ ਜੀ ਨੂੰ, ਉਹਨੇ ਧੱਕੇ ਨਾਲ ਖੋਹ ਲਈ। ਉਹ ਸੋਚਦਾ ਕਿਤੇ ਵਡਿਆਈ ਦਸਤਾਰਾਂ 'ਚ ਹੈ। ਦਸਤਾਰਾਂ 'ਚ ਕਾਹਦੀ ਵਡਿਆਈ ਹੈ? ਜੇ ਕੋਈ ਗੱਦੀ ਤੇ ਵੀ ਬਹਿ ਜਾਏਗਾ, ਗੱਦੀ 'ਚ ਕਾਹਦੀ ਵਡਿਆਈ ਹੈ? ਵਡਿਆਈ ਤੇ ਜਿਹੜੇ ਗੁਰੂ ਦੇ ਬਚਨ ਕਮਾਏ ਨੇ ਉਹਦੇ ਵਿੱਚ ਹੈ। ਗੁਰੂ ਦੀਆਂ ਜਿਹੜੀਆਂ ਵਸਤੂਆਂ ਨੇ ਉਹਨੇ ਪੱਗ ਖੋਹ ਲਈ, ਪਰ ਪੱਗ ਖੋਹਣ ਦੇ ਨਾਲ ਕੋਈ ਉਹਦੀ ਵਡਿਆਈ ਵੱਧ ਨਹੀਂ ਗਈ ਹੈ। ਬੈਠੇ ਨਿਤ ਦਾਤੀ ਪਰ ਸੋਏ ਪੂਜਾ ਕਰਨ ਆਏ ਨਾ ਕੋਏ। ਹੁਣ ਉਹ ਦਸਤਾਰ ਲੈ ਕੇ ਖਡੂਰ ਸਾਹਿਬ ਮਹਾਰਾਜ ਦੀ ਗੱਦੀ ਤੇ ਬਹਿ ਜਾਂਦਾ ਹੈ ਦਾਤੂ, ਪਰ ਆਉਂਦਾ ਹੀ ਕੋਈ ਨਹੀਂ। ਆਏ ਕੌਣ? ਖਿੱਚ ਤੇ ਭਗਤੀ ਦੀ ਹੁੰਦੀ ਹੈ ਸਾਧ ਸੰਗਤ। ਖਿੱਚ ਤੇ ਅੰਦਰ ਰੱਬ ਦੇ ਨਾਂ ਦੀ ਹੁੰਦੀ ਹੈ। ਜਿਹੜੇ ਅੰਦਰੋਂ ਖਾਲੀ ਨੇ, ਮਹਾਰਾਜ ਕਹਿੰਦੇ ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ। ਜਿਵੇਂ ਸਾਹ ਤੋਂ ਬਿਨਾ ਮਿਰਤਕ ਦੀ ਲੋਥ ਹੁੰਦੀ ਹੈ, ਸਾਹ ਤੋਂ ਬਿਨਾ ਕਾਹਦੀ ਦੇਹੀ ਕੁਛ ਵੀ ਨਹੀਂ। ਜਿਹਦੇ ਅੰਦਰ ਰੱਬ ਦਾ ਨਾਂ ਨਹੀਂ ਉਹਦੀ ਕਾਹਦੀ ਗੱਦੀ ਹੈ? ਭਾਵੇਂ 70 ਗੱਦੀਆਂ ਲਾਈ ਫਿਰੇ। ਜਿਵੇਂ ਗੁਰੂ ਸਾਹਿਬ ਜੀ ਦੇ ਟਾਈਮ ਜਿਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਣੀ ਸੀ, 22 ਜਣੇ ਮੰਜੀਆਂ ਲਾ ਕੇ ਬਾਬੇ ਬਕਾਲੇ ਬੈਠ ਗਏ ਔਰ ਕਹਿੰਦੇ ਨੇ ਗੁਰੂ ਅਸੀਂ ਆ, ਅਸੀਂ ਆ।
ਪਰ ਜਦੋਂ ਤਾਈਂ ਰੱਬ ਦਾ ਨਾਂ ਨਹੀਂ, ਕੋਈ ਗੁਰੂ ਨਹੀਂ। ਸਾਰਿਆਂ ਦੇ ਕੋਲ ਭਾਈ ਮੱਖਣ ਸ਼ਾਹ ਗਿਆ, ਪਰ ਅੰਤ ਦੇ ਜਾ ਕੇ ਠੰਡ ਕਿੱਥੇ ਪਈ? ਜਿੱਥੇ ਅੰਦਰ ਗੁਰੂ ਵਸਦਾ ਸੀ, ਅੰਦਰ ਰੱਬ ਦਾ ਨਾਂ ਗੁਰੂ ਤੇਗ ਬਹਾਦਰ ਮਹਾਰਾਜ ਬੈਠੇ ਸਨ। ਉਸ ਦਿਨ ਉਹਨੇ ਰੋਲਾ ਵੀ ਪਾਇਆ, ਗੁਰੂ ਲੱਦ ਹੋ ਰਹੇ, ਕਹਿੰਦੇ ਤੁਸੀਂ ਗੁਰੂ ਨਹੀਂ, ਤੁਸੀਂ ਸਾਰੇ ਹੀ ਝੂਠੇ ਹੋ, ਤੁਸੀਂ ਢੋਂਗ ਬਣਾ ਰਹੇ ਹੋ ਪੈਸਾ ਇਕੱਠਾ ਕਰਨ ਵਾਸਤੇ। ਲੋਕ ਅੱਜ ਵੀ ਰੱਬ ਦੇ ਨਾਂ 'ਤੇ ਗੱਦੀਆਂ ਲਾ ਲੈਂਦੇ ਨੇ ਪੈਸਾ ਇਕੱਠਾ ਕਰਨ ਵਾਸਤੇ, ਪਰ ਜਿਨ੍ਹਾਂ ਦੇ ਅੰਦਰ ਨਾਮ ਹੁੰਦਾ ਹੈ ਉਹਨਾਂ ਦੀ ਖਿੱਚ ਤੇ ਵੱਖਰੀ ਹੀ ਹੁੰਦੀ ਹੈ। ਉਪਦੇਸ਼ਤ ਸੰਗਤ ਕੋ ਕਰਿਓ, ਤਉ ਨ ਗੁਰ ਇਸ ਕੋ ਕਿਨ ਕਹਿਓ। ਕਹਿੰਦੇ ਗੁਰੂ ਦਾ ਉਪਦੇਸ਼ ਜਿਹੜਾ ਹੈ ਸੰਗਤ ਨੂੰ ਉਪਦੇਸ਼ ਕਰਦਾ ਹੈ, ਪਰ ਉਹਦਾ ਕਿਹਾ ਕੋਈ ਨਹੀਂ ਮੰਨਦਾ। ਜਦੋਂ ਅੰਦਰ ਆਪਣੇ ਸੱਚ ਨਹੀਂ, ਮੰਨੇਗਾ ਵੀ ਕੌਣ? ਆਪਣੇ ਅੰਦਰ ਬੰਦਗੀ ਹੋਏ, ਕੋਈ ਮੰਨਦਾ ਵੀ ਹੈ, ਬਿਨਾਂ ਬੰਦਗੀ ਤੋਂ ਕੌਣ? ਮੈਂ ਅਸਲ ਦੇ ਵਿੱਚ ਸਵੇਰੇ ਇੱਕ ਸ਼ਾਇਰ ਲਿਖ ਰਿਹਾ ਸੀ, ਜੇ ਮਨੁੱਖ ਦੇ ਅੰਦਰ ਜਿਸ ਨੂੰ ਰੱਬ ਯਾਦ ਹੋਏ, ਲਾਲੀ ਉਹਨਾਂ ਦੇ ਚਿਹਰਿਆਂ 'ਤੇ ਭਾਸਦੀ ਏ। ਜਿਨ੍ਹਾਂ ਨੂੰ ਪਰਮਾਤਮਾ ਯਾਦ ਹੋਏ, ਗਿਆਨ ਦਾ ਸੁਰਮਾ, ਗਿਆਨ ਦੀ ਲਾਲੀ ਉਹਨਾਂ ਦੇ ਚਿਹਰਿਆਂ 'ਤੇ ਭਾਸਦੀ ਹੈ, ਪਰ ਅਸਲ ਦੇ ਵਿੱਚ ਉਹ ਹੈ ਕਰੋੜਾਂ ਦੇ ਵਿੱਚ ਕੋਈ ਕੋਈ, ਇਹੀ ਤੇ ਵੱਡੀ ਤਰਾਸਦੀ ਹੈ। ਜਿਨ੍ਹਾਂ ਦੇ ਅੰਦਰ ਰੱਬ ਦਾ ਨਾਂ ਹੁੰਦਾ ਹੈ ਉਹ ਕਰੋੜਾਂ ਵਿੱਚ ਕੋਈ ਕੋਈ ਹੈ, ਇਹੀ ਤੇ ਵੱਡੀ ਵਿਡੰਬਣਾ ਹੈ, ਇਹੀ ਤੇ ਵੱਡੀ ਤਰਾਸਦੀ ਹੈ। ਆਏ ਨਹੀਂ ਕੋ ਮਾਤ ਨਿਭਾਵੈ, ਮਿਲੈ ਨ ਕਛ ਅਕੋਰ ਅਰ ਪਾਵੈ। ਹੁਣ ਗੱਦੀ ਤੇ ਲਾ ਕੇ ਬੈਠ ਗਿਆ, ਕੋਈ ਮੱਥਾ ਟੇਕਣ ਹੀ ਨਹੀਂ ਆਉਂਦਾ, ਤੇ ਨਾ ਉਸ ਨੂੰ ਕੋਈ ਭੇਟਾ ਦਿੰਦਾ ਹੈ। ਜਾਂ ਤੇ ਰਿਸ ਕਰ ਦੁਖੈ ਕਨੇਰਾ, ਹੋਏ ਈਰਖਾ ਸਹਿਤ ਵਡੇਰਾ। ਇਸ ਕਰ